Good morning, everybody. Welcome to the official channel of Erudition Studies, as well as welcome to the New Year 2022. और आज ਤੁਹਾਨੂੰ ਪਤਾ ਹੀ ਹੈ ਕਿ ਫਸਟ ਡੇ ਹੈ ਨਿਊ ਈਅਰ ਦਾ, ਰਾਈਟ? ਤਾਂ ਅੱਜ ਆਈ ਥੋਟ ਕਿ ਤੁਹਾਡੇ ਲਈ ਕੁਛ ਨਾ ਕੁਛ ਸਪੈਸ਼ਲ ਲਿਆਂਦਾ ਜਾਏ। ਤਾਂ ਮੈਂ ਰਾਤ ਨੂੰ ਬੈਠ ਕੇ ਪੂਰੀ ਰਾਤ ਈਵਨ ਆਈ ਪ੍ਰਿਪੇਅਰਡ ਅ ਫੁੱਲ ਈਅਰ ਕਰੰਟ ਅਫੇਅਰ ਸੈਸ਼ਨ 2021, ਰਾਈਟ? ਜਿਸ ਦੇ ਵਿੱਚ ਤੁਹਾਨੂੰ ਟੋਪ 70 ਵਿਮਨ ਦੇ ਬਾਰੇ ਦੇ ਵਿੱਚ ਮੈਂ ਦੱਸਣਾ ਹੈ ਜੋ ਕਿ ਇਸ ਸਾਲ ਨਿਊਜ਼ ਦੇ ਵਿੱਚ ਰਹੀਆਂ। ਐਂਡ ਮਾਈਂਡ ਮਾਈ ਵਰਡਸ ਕਿ ਇਹ ਜੋ ਸੈਸ਼ਨ ਹੈ ਤੁਹਾਡੇ ਜਦੋਂ ਐਗਜ਼ਾਮ ਹੋਣੇ ਹੈ ਐਟ ਦੈਟ ਟਾਈਮ ਯੂ ਵਿਲ ਕਮ ਟੂ ਨੋ ਕਿ ਕਿੰਨਾ ਜ਼ਿਆਦਾ ਇੰਪੋਰਟੈਂਟ ਸੈਸ਼ਨ ਸੀਗਾ ਇਹ, ਓਕੇ? ਐਂਡ ਐਟ ਦੈਟ ਟਾਈਮ ਯੂ ਵਿਲ ਰਿਮਾਈਂਡ ਮਾਈ ਵਰਡਸ, ਓਕੇ? ਤਾਂ ਇਸ ਲਈ ਇਸ ਸੈਸ਼ਨ ਨੂੰ ਬਹੁਤ ਹੀ ਜ਼ਿਆਦਾ ਧਿਆਨ ਨਾਲ ਦੇਖਣਾ। ਇਸ ਸੈਸ਼ਨ ਦੇ ਵਿੱਚੋਂ ਤੁਹਾਡੀ ਐਗਜ਼ਾਮੀਨੇਸ਼ਨ ਦੇ ਵਿੱਚ 2 ਤੋਂ 3 ਕੁਐਸਚਨ ਡੈਫੀਨੇਟਲੀ ਬਣਨ ਵਾਲੇ ਹੈ, ਓਕੇ? ਤਾਂ ਫਿਰ ਸਟਾਰਟ ਕਰਦੇ ਹਾਂ ਬਿਨਾਂ ਕਿਸੇ ਦੇਰ ਤੋਂ ਇਸ ਕਰੰਟ ਅਫੇਅਰ ਦੇ ਸੈਸ਼ਨ ਨੂੰ। ਐਂਡ ਦੇਖੋ ਪੂਰੇ ਸਾਲ ਦਾ ਕਰੰਟ ਅਫੇਅਰ ਹੈਗਾ ਆ, ਤਾਂ ਵੈਸੇ ਹੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਏਗਾ। ਸਿਰਫ ਇੱਕ ਹੀ ਵੀਡੀਓ ਦੇ ਵਿੱਚ ਤੁਸੀਂ ਪੂਰੇ ਸਾਲ ਦੇ ਵਿਮਨ ਇਨ ਨਿਊਜ਼ ਨੂੰ ਕਰ ਲੋਗੇ ਕਵਰ, ਓਕੇ? ਫਸਟ ਕੁਐਸਚਨ ਦੇਖੋ, ਕਿਸ ਵਿਮਨ ਨੂੰ ਹਾਲ ਹੀ ਦੇ ਵਿੱਚ ਵਰਲਡ ਐਥਲੈਟਿਕਸ ਦੇ ਵੱਲੋਂ ਵਿਮਨ ਆਫ ਦ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਹੈ ਅੰਜੂ ਬੋਬੀ ਜॉर्ज, ਓਕੇ? ਔਰ ਇਹ ਨਾ ਸਪ੍ਰਿੰਟਰ ਹੈਗੇ ਨੇ, ਯਾਨੀ ਕਿ ਦੌੜਾਕ ਹੈਗੇ ਆ, ਔਰ ਇਹ ਇੰਡੀਅਨ ਸਪ੍ਰਿੰਟਰ ਨੇ ਜਿਨ੍ਹਾਂ ਨੇ ਕਿ ਰਿਟਾਇਰਮੈਂਟ ਲਈ ਹੋਈ ਹੈ। ਔਰ ਇਹਨਾਂ ਨੇ ਸਪ੍ਰਿੰਟਿੰਗ ਦੀ ਗੇਮ ਨੂੰ ਈਵਨ ਸਪੋਰਟਸ ਨੂੰ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਤਰੀਕੇ ਦੇ ਨਾਲ ਅੱਗੇ ਲੈ ਕੇ ਆਉਣ ਦੇ ਵਿੱਚ ਐਫਰਟਸ ਕੀਤੇ, ਜਿਨ੍ਹਾਂ ਦੇ ਲਈ ਇਹਨਾਂ ਨੂੰ ਵਿਮਨ ਆਫ ਦ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਕੁਐਸਚਨ ਨੰਬਰ 2, ਕਿਹਨਾਂ ਨੂੰ ਯੰਗ ਮੈਥਮੈਟੀਸ਼ੀਅਨਸ 2021 ਦੇ ਵਿੱਚ ਰਾਮਾਨੁਜਨ ਪ੍ਰਾਈਜ਼ ਮਿਲਿਆ ਆ? ਇਹਨਾਂ ਦਾ ਨਾਮ ਹੈ ਨੀਨਾ ਗੁਪਤਾ, ਓਕੇ? ਔਰ ਇਹ 4th ਇੰਡੀਅਨ ਹੈਗੇ ਆ ਔਰ 3rd ਵਿਮਨ ਹੋ ਜਾਣਗੇ ਜਿਨ੍ਹਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹ ਕੋਲਕਾਤਾ ਦੇ ਇੰਡੀਅਨ ਸਟੈਟਿਸਟੀਕਲ ਇੰਸਟੀਟਿਊਸ਼ਨ ਦੇ ਵਿੱਚ ਮੈਥਮੈਟੀਸ਼ੀਅਨਸ ਹੈਗੇ ਆ ਔਰ ਇਹਨਾਂ ਨੇ ਐਫਾਈਨ ਐਲਜੈਬਰਿਕ ਜਿਓਮੈਟਰੀ ਐਂਡ ਕਮਿਊਨੀਟੇਟਿਵ ਐਲਜੈਬਰਾ ਦੇ ਵਿੱਚ ਆਊਟਸਟੈਂਡਿੰਗ ਵਰਕ ਕੀਤਾ, ਜਿਨ੍ਹਾਂ ਦੇ ਲਈ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਕੁਐਸਚਨ ਨੰਬਰ 3, who became first Indian women to scale Mount Annapurna? ਪਹਿਲੇ ਭਾਰਤੀ ਵਿਮਨ ਦੱਸਣੇ ਹੈ ਜਿਨ੍ਹਾਂ ਨੇ ਮਾਊਂਟ ਅੰਨਪੂਰਨਾ ਨੂੰ ਸਕੇਲ ਕੀਤਾ ਹੋਵੇ। ਜਿੱਥੇ ਵੀ ਫਸਟ ਆ ਜਾਏਗਾ। ਦੂਸਰੀ ਗੱਲ, ਸਪੈਸ਼ਲੀ ਅਗਰ ਉਹ ਕਿਸੇ ਫੀਮੇਲ ਦੇ ਨਾਲ ਰਿਲੇਟ ਕਰੇਗਾ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਆ, ਇਸ ਲਈ ਇਹਨੂੰ ਧਿਆਨ ਨਾਲ ਸਮਝਣਾ, ਓਕੇ? ਤਾਂ ਇਹਨਾਂ ਦਾ ਨਾਮ ਹੈਗਾ ਆ ਪ੍ਰਿਯੰਕਾ ਮੋਹਿਤੇ, ਓਕੇ? ਅਗਰ ਤੁਸੀਂ ਮਾਊਂਟ ਅੰਨਪੂਰਨਾ ਦੀ ਗੱਲ ਕਰੋਗੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪੂਰੇ ਵਰਲਡ ਦੇ ਵਿੱਚ ਇਹ 10th ਹਾਈਐਸਟ ਮਾਊਂਟੇਨ ਹੈਗੀ ਆ ਵਰਲਡ ਦੀ, ਓਕੇ? ਕੁਐਸਚਨ ਨੰਬਰ 4, ਕਿਹੜੇ ਪਲੇਅਰ ਹੈ ਜਿਨ੍ਹਾਂ ਨੂੰ FIH ਵਿਮਨਸ ਹਾਕੀ ਪਲੇਅਰ ਆਫ ਦਾ ਈਅਰ ਦੇ ਨਾਲ ਸਨਮਾਨਿਤ ਕੀਤਾ ਗਿਆ? ਤਾਂ ਇਹ ਇੰਡੀਅਨ ਹਾਕੀ ਦੇ ਪਲੇਅਰ ਹੋ ਜਾਣਗੇ ਗੁਰਜੀਤ ਕੌਰ, ਓਕੇ? ਔਰ ਇਹਨਾਂ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ਪਲੇਅਰ ਆਫ ਦਾ ਈਅਰ ਅਵਾਰਡ ਦਿੱਤਾ ਹੈਗਾ ਆ ਔਰ ਇਹ ਐਜ਼ ਡਿਫੈਂਡਰ ਖੇਲਦੇ ਨੇ ਔਰ ਇਹਨਾਂ ਨੇ 2018 ਦੇ ਵਿੱਚ ਹਾਕੀ ਵਰਲਡ ਕੱਪ ਦੇ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ, ਓਕੇ? ਕੁਐਸਚਨ ਨੰਬਰ 5, ਪਹਿਲੇ ਫੀਮੇਲ ਡੀਜੀ ਦੱਸੋ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਅਪਾਇੰਟ ਕੀਤਾ ਗਿਆ ਆ? ਇਹਨਾਂ ਦਾ ਨਾਮ ਹੈਗਾ ਆ ਵਿਨੀ ਮਹਾਜਨ, ਓਕੇ? ਕਿਉਂਕਿ ਇਹ ਪੰਜਾਬ ਦੇ ਨਾਲ ਰਿਲੇਟ ਕਰਦੇ ਆ ਤਾਂ ਸਾਡੇ ਲਈ ਜ਼ਿਆਦਾ ਇੰਪੋਰਟੈਂਟ ਹੋ ਜਾਏਗਾ ਕੁਐਸਚਨ, ਓਕੇ? ਔਰ ਇਹ 1987 ਬੈਚ ਦੇ IAS ਆਫੀਸਰ ਰਹਿਣਗੇ। ਇਹਨਾਂ ਨੇ ਰਿਪਲੇਸ ਕਿਹਨਾਂ ਨੂੰ ਕੀਤਾ ਹੈ? ਇਹ ਵੀ ਨਾਮ ਤੁਹਾਡੇ ਲਈ ਇੰਪੋਰਟੈਂਟ ਰਹੇਗਾ। ਹੀ ਇਜ਼ ਕਰਨ ਅਵਤਾਰ ਸਿੰਘ, ਓਕੇ? 6th ਕੁਐਸਚਨ, ਪਹਿਲੇ ਫੀਮੇਲ ਦੱਸਣੇ ਹੈ ਜੋ ਕਿ ਇੰਡੀਆ ਦੇ ਵਿੱਚ ਐਂਬੂਲੈਂਸ ਡਰਾਈਵਰ ਦੇ ਵਜੋਂ ਅਪਾਇੰਟ ਹੋਏ ਹੈ। ਇਹਨਾਂ ਦਾ ਨਾਮ ਹੈ M ਵੀਰਾ ਲక్ష్ਮੀ, ਓਕੇ? ਔਰ ਇਹਨਾਂ ਨੂੰ ਤਾਮਿਲਨਾਡੂ ਗਵਰਨਮੈਂਟ ਦੇ ਵੱਲੋਂ ਅਪਾਇੰਟ ਕੀਤਾ ਗਿਆ ਆ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਕੁਐਸਚਨ ਨੰਬਰ 7, ਕਿਸ ਲੇਡੀ ਨੇ ਫੋਰਚੂਨ ਇੰਡੀਆਜ਼ ਲਿਸਟ ਆਫ ਟੌਪ 50 ਦੇ ਵਿੱਚ ਮੋਸਟ ਪਾਵਰਫੁਲ ਵਿਮਨ ਦੀ ਲਿਸਟ ਨੂੰ ਟੌਪ ਕੀਤਾ ਆ? ਤਾਂ ਇਹ ਹੋ ਜਾਣਗੇ ਨਿਰਮਲਾ ਸੀਤਾਰਮਨ। ਸਭ ਨੂੰ ਹੀ ਪਤਾ ਹੈ ਇਹ ਸਾਡੇ ਦੇਸ਼ ਦੇ ਫਾਈਨਾਂਸ ਮਿਨਿਸਟਰ ਹੈਗੇ ਆ, ਰਾਈਟ? ਔਰ ਦੂਸਰੇ ਨੰਬਰ ਦੇ ਉੱਪਰ ਕੌਣ ਆਇਆ ਹੈ? ਰਿਲਾਇੰਸ ਫਾਊਂਡੇਸ਼ਨ ਦੇ ਚੇਅਰਪਰਸਨ ਐਂਡ ਫਾਊਂਡਰ ਨੀਤਾ ਅੰਬਾਨੀ, ਓਕੇ? 8th ਕੁਐਸਚਨ ਹੈ, ਪਹਿਲੇ ਇੰਡੀਅਨ ਵਿਮਨ ਜਿਨ੍ਹਾਂ ਨੇ ਕਿ ਐਜ਼ ਫਲਾਈਟ ਟੈਸਟ ਇੰਜੀਨੀਅਰ ਅਪਾਇੰਟਮੈਂਟ ਹਾਸਿਲ ਕੀਤੀ ਹੈ? ਇਹਨਾਂ ਦਾ ਨਾਮ ਰਹੇਗਾ ਆਸ਼੍ਰਿਤਾ ਵੀ ਆਲੇਟੇ, ਓਕੇ? ਔਰ ਇਹ ਜੋ ਹੈਗੇ ਨੇ ਨਾ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਆ? ਕਰਨਾਟਕਾ ਤੋਂ ਬਿਲੋਂਗ ਕਰਦੇ ਨੇ, ਆਲਰਾਈਟ? ਨੈਕਸਟ ਕੁਐਸਚਨ, ਪਹਿਲੇ ਵਿਮਨ ਸਪੀਕਰ ਗੁਜਰਾਤ ਅਸੈਂਬਲੀ ਦੇ ਕੌਣ ਬਣੇ ਆ? ਇਹਨਾਂ ਦਾ ਨਾਮ ਹੈ ਨੀਮਾ ਬੇਨ ਆਚਾਰਿਆ, ਓਕੇ? ਔਰ ਇਹ BJP ਦੇ ਸੀਨੀਅਰ MLA ਹੈਗੇ ਨੇ, ਓਕੇ? 10th ਕੁਐਸਚਨ, ਪਹਿਲੇ ਫੀਮੇਲ
ਜੋ ਕਿ ਲੈਫਟੀਨੈਂਟ ਕਰਨਲ ਬਣੇ ਹੈਗੇ ਆ ਇੰਡੀਅਨ ਆਰਮੀ ਦੇ ਵਿੱਚ। ਇਹਨਾਂ ਦਾ ਨਾਮ ਹੈ ਪੋਂਗ ਡੋਮਿੰਗ, ਆਲਰਾਈਟ। ਐਂਡ ਇਹ ਕਿੱਥੋਂ ਬਿਲੋਂਗ ਕਰਦੇ ਆ? ਸਾਡੀ ਨਾਰਥ ਈਸਟਰਨ ਸਟੇਟ ਅਰੁਣਾਚਲ ਪ੍ਰਦੇਸ਼ ਤੋਂ ਇਹ ਬਿਲੋਂਗ ਕਰਦੇ ਨੇ। ਕੁਐਸਚਨ ਨੰਬਰ 11, ਪਹਿਲੇ ਫੀਮੇਲ ਜਿਹੜੇ ਕਿ ਮੈਰੀਆਨਾ ਟ੍ਰੈਂਚ ਤੱਕ ਪਹੁੰਚੇ ਨੇ, ਇਹਨਾਂ ਦਾ ਨਾਮ ਹੈਗਾ ਆ ਕੈਥੀ ਸੁਲੀਵਨ। ਓਕੇ, ਕਈ ਜਗ੍ਹਾ ਤੇ ਤੁਹਾਨੂੰ ਕੈਥਰੀਨ ਸੁਲੀਵਨ ਵੀ ਦੇਖਣ ਨੂੰ ਮਿਲੇਗਾ। ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਆ? ਅਮਰੀਕਾ ਤੋਂ। ਔਰ ਈਵਨ ਇਹ ਫਸਟ ਅਮਰੀਕਨ ਵੀਮਨ ਵੀ ਸੀਗੇ ਜਿਨ੍ਹਾਂ ਨੇ ਸਪੇਸ ਦੇ ਵਿੱਚ ਵੀ ਵਾਕ ਕੀਤਾ ਸੀ। ਓਕੇ, 12th ਕੁਐਸਚਨ, which Indian origin women has been elected as a senior advisor in White House? ਇੰਡੀਅਨ origin women ਦੱਸਨੇ ਹੈ ਜਿਨ੍ਹਾਂ ਨੂੰ ਕਿ ਵਾਈਟ ਹਾਊਸ ਦੇ ਵਿੱਚ ਐਜ਼ ਸੀਨੀਅਰ ਐਡਵਾਈਜ਼ਰ ਇਲੈਕਟ ਕੀਤਾ ਗਿਆ। ਇਹਨਾਂ ਦਾ ਨਾਮ ਰਹੇਗਾ ਨੀਰਾ ਟੰਡਨ, ਆਲਰਾਈਟ, ਕਿਉਂਕਿ ਇੰਡੀਅਨ origin ਹੈ ਪਹਿਲੀ ਗੱਲ। ਦੂਸਰੀ ਗੱਲ, ਇਹਨਾਂ ਨੂੰ ਕਿਸੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਐਂਡ ਸਪੈਸ਼ਲੀ US ਦੇ ਵਾਈਟ ਹਾਊਸ ਦੇ ਵਿੱਚ ਅਪਾਇੰਟ ਕੀਤਾ ਗਿਆ। ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੋ ਜਾਏਗਾ, ਰਾਈਟ। ਜਦੋਂ ਵੀ ਤੁਸੀਂ ਕਿਸੇ ਵਿਮਨ ਦੇ ਬਾਰੇ ਪੜ੍ਹਦੇ ਹੋ, ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੈ ਕਿ ਇੰਡੀਆ ਦੇ ਵਿੱਚ ਫਸਟ ਟਾਈਮ ਅਗਰ ਕਿਸੇ ਵਿਮਨ ਨੇ ਕੋਈ ਰਿਕਾਰਡ ਬਣਾਇਆ ਤਾਂ ਉਹ। ਦੂਸਰਾ, ਇੰਟਰਨੈਸ਼ਨਲ ਲੈਵਲ ਦੇ ਉੱਪਰ ਅਗਰ ਇੰਡੀਅਨ ਵਿਮਨ ਨੂੰ ਅਪਾਇੰਟ ਕੀਤਾ ਗਿਆ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਉਸ ਤੋਂ ਬਾਅਦ ਫਿਰ ਤੁਸੀਂ ਬੁੱਕਸ, ਰਾਈਟਰਸ ਐਂਡ ਅਵਾਰਡਸ ਨੂੰ ਕਵਰ ਕਰ ਸਕਦੇ ਹੋ। ਓਕੇ, 13th ਕੁਐਸਚਨ, ਕਿਹਨਾਂ ਨੂੰ ਨੈਸ਼ਨਲ ਚੇਅਰਪਰਸਨ ਬਣਾਇਆ ਗਿਆ ਫਿੱਕੀ ਦੀ ਲੇਡੀ ਆਰਗੇਨਾਈਜੇਸ਼ਨ ਦੇ ਵਿੱਚ? ਤਾਂ ਇਸ ਦਾ ਤੁਹਾਨੂੰ ਡਾਇਰੈਕਟ FLO ਵੀ ਪੁੱਛਿਆ ਜਾ ਸਕਦਾ ਆ, ਠੀਕ ਹੈ, ਯਾਨੀ ਕਿ ਫਿੱਕੀ ਦੀ ਲੇਡੀਜ਼ ਆਰਗੇਨਾਈਜੇਸ਼ਨ, ਠੀਕ ਹੈ। ਇਸ ਦੇ ਵਿੱਚ ਉਜਲਾ ਸਿੰਘਾਨੀਆ ਜੋ ਹੈਗੇ ਨੇ ਇਹਨਾਂ ਨੂੰ ਨੈਸ਼ਨਲ ਚੇਅਰਪਰਸਨ ਬਣਾਇਆ ਗਿਆ ਆ। ਇਹ 38th ਨੰਬਰ ਦੇ ਨੈਸ਼ਨਲ ਪ੍ਰੈਸੀਡੈਂਟ ਹੋ ਜਾਣਗੇ FLO ਦੇ। ਐਂਡ ਫਿੱਕੀ ਦੀ ਫੁੱਲ ਫਾਰਮ ਵੀ ਤੁਸੀਂ ਯਾਦ ਰੱਖ ਲੈਣਾ, ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਮਰਸ ਐਂਡ ਇੰਡਸਟਰੀਜ਼। ਓਕੇ, ਕੁਐਸਚਨ ਨੰਬਰ 14, ਪਹਿਲੇ ਫੀਮੇਲ ਦੱਸੋ ਜੋ ਕਿ ਨੈਸ਼ਨਲ ਕਾਉਂਸਲ ਆਫ ਅਪਲਾਈਡ ਇਕਨੋਮਿਕ ਰਿਸਰਚ ਦੇ ਵਿੱਚ ਐਜ਼ ਡਾਇਰੈਕਟਰ ਜਨਰਲ ਅਪਾਇੰਟ ਹੋਏ ਹੈ। ਇਹਨਾਂ ਦਾ ਨਾਮ ਰਹੇਗਾ ਪੂਨਮ ਗੁਪਤਾ। ਓਕੇ, ਔਰ ਇਹ ਜੋ ਪੂਨਮ ਗੁਪਤਾ ਹੈਗੇ ਨੇ ਨਾ, ਇਹ ਪ੍ਰਾਈਮ ਮਿਨਿਸਟਰ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਦੇ ਮੈਂਬਰ ਵੀ ਹੈਗੇ ਆ। ਔਰ ਇਹਨਾਂ ਨੇ ਵਰਲਡ ਬੈਂਕ ਦੇ ਵਿੱਚ ਇੰਡੀਆ ਦੇ ਲਈ ਲੀਡ ਇਕਨੋਮਿਸਟ ਵੀ ਪਲੇ ਕੀਤਾ ਹੋਇਆ ਆ ਰੋਲ। ਓਕੇ, 15 ਕੁਐਸਚਨ ਹੈ, ਇੰਦੂ ਜੈਨ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਡੈਥ ਹੋਈ ਹੈ ਤਾਂ ਉਹ ਕਿਸ ਫੀਲਡ ਤੋਂ ਬਿਲੋਂਗ ਕਰਦੇ ਸੀ? ਤਾਂ ਇਹ ਟਾਈਮਸ ਗਰੁੱਪ ਦੇ ਚੇਅਰਮੈਨ ਸੀਗੇ। ਓਕੇ, ਔਰ ਇਹਨਾਂ ਨੂੰ ਕੋਵਿਡ ਰਿਲੇਟਡ ਕੰਪਲਿਕੇਸ਼ਨਸ ਹੋ ਗਈਆਂ ਜਿਸ ਕਰਕੇ ਇਹਨਾਂ ਦੀ ਡੈਥ ਹੋਈ ਹੈ। ਔਰ ਦੇਖੋ ਇਹਨਾਂ ਫਿੱਕੀ ਲੇਡੀਜ਼ ਆਰਗੇਨਾਈਜੇਸ਼ਨ ਯਾਨੀ ਜਿਸ ਬਾਰੇ ਅਸੀਂ ਹੁਣੇ ਗੱਲ ਕੀਤੀ ਸੀ ਨਾ FLO, ਉਸ ਦੇ ਫਾਊਂਡਰ ਵੀ ਹੈਗੇ ਨੇ। ਇਹਨਾਂ ਨੇ 1983 ਦੇ ਵਿੱਚ ਇਸ ਆਰਗੇਨਾਈਜੇਸ਼ਨ ਨੂੰ ਫਾਊਂਡ ਕੀਤਾ ਸੀਗਾ ਜੋ ਕਿ ਇੰਡੀਅਨ ਵਿਮਨ ਦੇ ਵਿੱਚ ਨਾ ਪ੍ਰੋਫੈਸ਼ਨਲ ਐਕਸੀਲੈਂਸ ਦੇ ਲਈ ਕੰਮ ਕਰਦੀ ਹੈ। ਓਕੇ, ਐਂਡ 1999 ਦੇ ਵਿੱਚ ਉਹ ਭਾਰਤੀ ਗਿਆਨਪੀਠ ਟਰਸਟ ਦੇ ਚੇਅਰਪਰਸਨ ਵੀ ਸੀਗੇ। 17th ਕੁਐਸਚਨ, ਕਿਹਨਾਂ ਨੂੰ 2021 ਦੇ ਵਿੱਚ ਵਰਲਡ ਫੂਡ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਰਹੇਗਾ ਡਾਕਟਰ ਸ਼ਕੁੰਤਲਾ ਹਰਕ ਸਿੰਘ ਥਿਲਸਟਡ। ਓਕੇ, ਔਰ ਇਹ ਇੰਡੀਆ ਦੇ ਫਿਸ਼ ਬੇਸਡ ਫੂਡ ਸਿਸਟਮ ਦੇ ਵਿੱਚ ਨਿਊਟ੍ਰੀਸ਼ਨ ਨੂੰ ਇੰਪਰੂਵ ਕਰਨ ਦੇ ਲਈ ਕਾਫੀ ਜ਼ਿਆਦਾ ਕੰਮ ਕਰਦੇ ਪਏ ਹੈ। ਔਰ ਇਹਨਾਂ ਨੇ ਵਰਲਡ ਫਿਸ਼ ਨਾਮ ਦੀ ਇੱਕ ਆਰਗੇਨਾਈਜੇਸ਼ਨ ਹੈ ਜਿਸ ਨੂੰ ਲੀਡ ਕਰ ਰਹੇ ਨੇ। ਓਕੇ, ਔਰ ਇਸ ਆਰਗੇਨਾਈਜੇਸ਼ਨ ਦੇ ਵਿੱਚ ਇਹ ਗਲੋਬਲੀ ਨਿਊਟ੍ਰੀਸ਼ਨ ਐਂਡ ਪਬਲਿਕ ਹੈਲਥ ਦੇ ਲਈ ਕੰਮ ਕਰਦੇ ਪਏ ਆ। ਓਕੇ, ਅਗਰ ਤੁਸੀਂ ਵਰਲਡ ਫਿਸ਼ ਆਰਗੇਨਾਈਜੇਸ਼ਨ ਦੀ ਗੱਲ ਕਰੋਗੇ ਤਾਂ ਇਹ ਇੱਕ ਰਿਸਰਚ ਸੈਂਟਰ ਹੈਗਾ ਆ ਜੋ ਕਿ ਮਲੇਸ਼ੀਆ ਦੇ ਵਿੱਚ ਲੋਕੇਟਡ ਹੈ। ਆਲਰਾਈਟ, ਕੁਐਸਚਨ ਨੰਬਰ 18, ਕਿਹਨਾਂ ਨੂੰ ਨਾਈਟ ਆਫ ਦਾ ਆਰਡਰ ਆਫ ਆਰਟਸ ਐਂਡ ਲੈਟਰਸ ਆਨਰ ਆਫ ਫਰਾਂਸ ਦਿੱਤਾ ਗਿਆ? ਯਾਨੀ ਕਿ ਫਰਾਂਸ ਦਾ ਇਹ ਇੱਕ ਆਰਡਰ ਹੈ ਜਿਨ੍ਹਾਂ ਨੂੰ ਕਿ ਗੁਨੀਤ ਮੋਂਗਾ ਨੂੰ ਪ੍ਰੈਜ਼ੈਂਟ ਕੀਤਾ ਗਿਆ ਆ। ਔਰ ਇਹਨਾਂ ਨੂੰ ਕਿਸ ਲਈ ਦਿੱਤਾ ਗਿਆ ਅਵਾਰਡ? ਇਹਨਾਂ ਨੂੰ ਵਰਲਡ ਸਿਨੇਮਾ ਦੇ ਵਿੱਚ ਇੰਡੋ ਫ੍ਰੈਂਚ ਪ੍ਰੋਡਕਸ਼ਨਸ ਦੇ ਰਾਹੀਂ ਕੰਟਰੀਬਿਊਟ ਕਰਨ ਦੇ ਲਈ ਇਹ ਵਾਲਾ ਅਵਾਰਡ ਦਿੱਤਾ ਗਿਆ ਆ। ਨਾਲ ਹੀ ਇਹਨਾਂ ਨੇ ਵਿਮਨ ਐਮਪਾਵਰਮੈਂਟ ਦੇ ਲਈ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈ, ਠੀਕ ਹੈ। ਔਰ ਇਹ ਅਵਾਰਡ ਫਰਾਂਸ ਦਾ ਸੈਕਿੰਡ ਹਾਈਐਸਟ ਸਿਵਿਲੀਅਨ ਅਵਾਰਡ ਹੈਗਾ ਆ। ਤੁਸੀਂ ਇੱਕ ਜ਼ਰੂਰ ਸੁਣੀ ਹੋਏਗੀ ਮੂਵੀ ਦੈਟ ਇਜ਼ ਲੰਚ ਬਾਕਸ, ਹੈ ਨਾ? ਤਾਂ ਲੰਚ ਬਾਕਸ ਦੇ ਵਿੱਚ ਵੀ ਪ੍ਰੋਡਕਸ਼ਨ ਗੁਨੀਤ ਮੋਂਗਾ ਨੇ ਹੀ ਕੀਤੀ ਸੀ। ਓਕੇ, 19th ਕੁਐਸਚਨ, ਪਹਿਲੇ ਇੰਡੀਅਨ ਰੈਸਲਰ ਜਿਨ੍ਹਾਂ ਨੇ ਕਿ ਇੰਡੀਵਿਜੂਅਲ ਰੈਸਲਿੰਗ ਵਰਲਡ ਕੱਪ ਦੇ ਵਿੱਚ ਕੋਈ ਮੈਡਲ ਹਾਸਿਲ ਕੀਤਾ ਤਾਂ ਇਹ ਬਣ ਗਏ ਨੇ ਅੰਸ਼ੂ ਮਲਿਕ। ਆਲਰਾਈਟ, ਔਰ ਇਹਨਾਂ ਨੇ ਇਸ ਵਾਰੀ ਜਦੋਂ ਨੋਰਵੇ ਦੇ ਓਸਲੋ ਦੇ ਵਿੱਚ ਇਹ ਵਰਲਡ ਕੱਪ ਹੋਇਆ ਸੀ ਉੱਥੇ ਇਹਨਾਂ ਨੇ ਸਿਲਵਰ ਮੈਡਲ ਹਾਸਿਲ ਕੀਤਾ ਸੀ। ਓਕੇ, 20th ਕੁਐਸਚਨ, ਕਿਹਨਾਂ ਨੇ ਫੋਰਚੂਨਸ ਵਰਲਡਸ 50 ਗ੍ਰੇਟੈਸਟ ਲਿਸਟ ਦੇ ਵਿੱਚ ਗ੍ਰੇਟੈਸਟ ਲੀਡਰਸ ਦੀ ਲਿਸਟ ਦੇ ਵਿੱਚ ਟੌਪ ਕੀਤਾ ਆ? ਠੀਕ ਹੈ, ਤਾਂ ਇਹਨਾਂ ਦਾ ਨਾਮ ਹੋ ਜਾਏਗਾ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਜੈਸਿੰਡਾ ਆਰਡਨ। ਓਕੇ,
जो ਅਸੀਂ ਪਹਿਲਾਂ ਕੀਤਾ ਸੀਗਾ, ਜਿਸ ਦੇ ਵਿੱਚ ਅਸੀਂ ਸਾਡੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਬਾਰੇ ਗੱਲ ਕੀਤੀ ਸੀ ਨਾ, ਉਹ ਇੰਡੀਆ ਦੇ ਲੀਡਰਸ ਨੇ, ਠੀਕ ਹੈ, ਬਟ ਇਹਨਾਂ ਨੇ ਵਰਲਡ ਦੇ ਵਿੱਚ ਟੌਪ ਕੀਤਾ ਆ, ਓਕੇ। ਔਰ ਇਸ ਵਾਰੀ ਇਸ ਲਿਸਟ ਦਾ 8th ਐਡੀਸ਼ਨ ਲਿਆਂਦਾ ਗਿਆ ਸੀਗਾ। ਔਰ ਅਗਰ ਤੁਸੀਂ ਗੱਲ ਕਰੋਗੇ ਇੰਡੀਅਨਸ ਦੀ, ਤਾਂ ਟੌਪ 10 ਦੇ ਵਿੱਚ ਓਨਲੀ 1 ਇੰਡੀਅਨ ਹੈ ਜਿਨ੍ਹਾਂ ਨੇ ਆਪਣੀ ਜਗ੍ਹਾ ਬਣਾਈ। ਇਹਨਾਂ ਦਾ ਨਾਮ ਹੈਗਾ ਆ ਐਡਰ ਪੂਨਾਵਾਲਾ, ਠੀਕ ਹੈ। ਔਰ ਇਹ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਕੀ ਹੈਗੇ ਨੇ ਜੀ, CEO ਰਹਿ ਜਾਣਗੇ, ਓਕੇ। 21st ਕੁਐਸਚਨ, ਪਹਿਲੇ ਫੀਮੇਲ ਆਫੀਸਰ ਦੱਸੋ ਜਿਨ੍ਹਾਂ ਨੂੰ ਕਮਾਂਡਿੰਗ ਆਫੀਸਰ ਬਣਾਇਆ ਗਿਆ ਆ BRO ਯਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਵਿੱਚ। ਇਹਨਾਂ ਦਾ ਨਾਮ ਰਹੇਗਾ ਵਿਸ਼ਾਲੀ S ਸਵਿਸਤੇ, ਠੀਕ ਹੈ। ਔਰ ਜਿਹੜੀ BRO ਹੈ ਇਹ ਤੁਹਾਨੂੰ ਸਭ ਨੂੰ ਹੀ ਪਤਾ ਹੋਏਗਾ ਕਿ ਜਿੰਨੇ ਵੀ ਸਾਡੇ ਕਿਸੇ ਵੀ ਕੰਟਰੀ ਦੇ ਨਾਲ ਬਾਰਡਰ ਲੱਗਦੀ ਹੈ, ਠੀਕ ਹੈ, ਰੋਡਸ ਦਾ ਨਿਰਮਾਣ ਕਰਨਾ ਜਾਂ ਫਿਰ ਰਸਤਿਆਂ ਦਾ ਨਿਰਮਾਣ ਕਰਨਾ, ਇਹ ਸਾਰੇ ਕੰਮ ਸਾਡੀ ਬਾਰਡਰ ਰੋਡ ਆਰਗੇਨਾਈਜੇਸ਼ਨ ਹੀ ਕਰਦੀ ਹੈ, ਠੀਕ ਹੈ। ਦੈਨ ਕੁਐਸਚਨ ਨੰਬਰ 2, ਕਿਹਨਾਂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਾ ਆ? ਤਾਂ ਇਹਨਾਂ ਬਾਰੇ ਤਾਂ ਸਾਰਿਆਂ ਨੂੰ ਹੀ ਬਹੁਤ ਅੱਛੀ ਤਰ੍ਹਾਂ ਪਤਾ ਹੋਏਗਾ। ਇਹਨਾਂ ਦਾ ਨਾਮ ਹੈਗਾ ਹਰਨਾਜ ਸੰਧੂ, ਰਾਈਟ। ਔਰ ਇਹ ਬਿਲੋਂਗ ਕਰਦੇ ਆ ਪੰਜਾਬ ਤੋਂ, ਓਕੇ। ਔਰ ਇਸ ਵਾਰੀ 70th ਨੰਬਰ ਦਾ ਜੋ ਮਿਸ ਯੂਨੀਵਰਸ ਆਇਆ, ਉਸ ਦੇ ਵਿੱਚ ਇੰਡੀਆ ਵੱਲੋਂ ਇਹਨਾਂ ਨੇ ਵਿਨਰ ਹਾਸਿਲ ਕੀਤੀ ਹੈ, ਠੀਕ ਹੈ। ਆਲ ਰਾਈਟ, ਇਹਨਾਂ ਦੀ ਉਮਰ ਹੈਗੀ ਹੈ 21 ਸਾਲ ਔਰ ਇਹਨਾਂ ਨੇ 21 ਸਾਲ ਦੇ ਬਾਅਦ ਹੀ ਇੰਡੀਆ ਦੇ ਲਈ ਇਹ ਵਾਲਾ ਅਵਾਰਡ ਜਿੱਤਿਆ ਸੀਗਾ। ਲਾਸਟ ਟਾਈਮ ਇੰਡੀਆ ਨੇ 2000 ਦੇ ਵਿੱਚ ਇਸ ਅਵਾਰਡ ਨੂੰ ਹਾਸਿਲ ਕੀਤਾ ਸੀਗਾ। ਔਰ ਉਸ ਟਾਈਮ ਜੋ ਲਾਰਾ ਦੱਤਾ ਹੈਗੇ ਇਹ ਬਣੇ ਸੀ ਮਿਸ ਯੂਨੀਵਰਸ, ਠੀਕ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇੰਡੀਆ ਵੱਲੋਂ ਪਹਿਲੇ ਮਿਸ ਯੂਨੀਵਰਸ ਬਣੇ ਸੀ ਸੁਸ਼ਮਿਤਾ ਸੇਨ, ਰਾਈਟ। ਤੁਹਾਡੇ ਲਈ ਅੱਜ ਦਾ ਕੁਐਸਚਨ ਹੈ ਕਿ ਸੁਸ਼ਮਿਤਾ ਸੇਨ ਨੂੰ ਕਿਸ ਸਾਲ ਦੇ ਵਿੱਚ ਮਿਸ ਯੂਨੀਵਰਸ ਦਾ ਖਿਤਾਬ ਦਿੱਤਾ ਗਿਆ? ਆਲਰਾਈਟ। 23rd ਕੁਐਸਚਨ, ਕੌਣ ਹੈਗੇ ਹੈ ਜੋ ਪਹਿਲੇ ਫੀਮੇਲ ਜੱਜ ਐਡਵੋਕੇਟ ਜਨਰਲ ਬਣੇ ਡਿਪਿਊਟਡ ਅਬਰੋਡ ਦੇ ਵਿੱਚ ਇੰਡੀਆ ਦੇ, ਠੀਕ ਹੈ। ਤਾਂ ਸ਼ੀ ਇਜ਼ ਜੋਤੀ ਸ਼ਰਮਾ, ਆਲਰਾਈਟ। ਔਰ ਇਹਨਾਂ ਨੂੰ ਹੁਣ ਜੋ ਸਿਚਲਸ ਹੈ ਨਾ, ਇਹ ਵਾਲੀ ਕੰਟਰੀ ਦੀ ਗਵਰਨਮੈਂਟ ਦੇ ਨਾਲ ਮਿਲਟਰੀ ਲੀਗਲ ਐਕਸਪਰਟ ਵਜੋਂ ਅਪਾਇੰਟ ਕਰ ਦਿੱਤਾ ਗਿਆ ਆ। ਔਰ ਇਹ ਐਸ ਈਸਟਰਨ ਅਫਰੀਕਨ ਕੰਟਰੀ ਦੇ ਡਿਫੈਂਸ ਐਂਡ ਮਿਲਟਰੀ ਮੈਟਰਸ ਦੇ ਵਿੱਚ ਨਾ ਹੈਲਪ ਕਰਨਗੇ, ਓਕੇ। 21st ਕੁਐਸਚਨ, 2021 ਦਾ ਇਟਾਲੀਅਨ ਓਪਨ ਵਿਮਨ ਸਿੰਗਲ ਇਹ ਕਿਹਨਾਂ ਨੇ ਜਿੱਤਿਆ ਆ? ਇਹਨਾਂ ਦਾ ਨਾਮ ਰਹੇਗਾ ਈਗਾ ਸਵੈਟਿਕ, ਓਕੇ। ਔਰ ਇਹਨਾਂ ਨੇ ਹਰਾਇਆ ਕਿਹਨਾਂ ਨੂੰ? ਤਾਂ ਇਹਨਾਂ ਨੇ ਕੇ ਸਿਲਕਸੋਵਾ ਨੂੰ ਹਰਾਇਆ ਐਂਡ ਇਹ ਨਾ ਫ੍ਰੈਂਚ ਦੇ ਪਲੇਅਰ ਨੇ। ਇਹਦੇ ਨਾਲ ਹੀ ਇਹ ਪਹਿਲੀ ਵਾਰ ਟੌਪ 10 ਦੀ ਰੈਂਕਿੰਗ ਦੇ ਵਿੱਚ ਵੀ ਸ਼ਾਮਿਲ ਹੋਏ ਸੀ, ਓਕੇ। 25th ਕੁਐਸਚਨ, ਕਿਹੜੇ ਇੰਡੀਅਨ ਹੈ ਜਿਨ੍ਹਾਂ ਨੂੰ ਯੂਨਾਈਟਿਡ ਸਟੇਟ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਐਂਟੀ ਕਰਪਸ਼ਨ ਅਵਾਰਡ 2021 ਦੇ ਲਈ ਚੁਣਿਆ ਹੈਗਾ ਆ? ਇਹਨਾਂ ਦਾ ਨਾਮ ਰਹੇਗਾ ਮਿਸ ਅੰਜਲੀ ਭਾਰਦਵਾਜ, ਓਕੇ। ਔਰ ਇਹ ਇੰਡੀਆ ਦੇ ਵਿੱਚ ਇਹ ਇੱਕ ਸੋਸ਼ਲ ਐਕਟਿਵਿਸਟ ਹੈਗੇ ਨੇ, ਠੀਕ ਹੈ। ਔਰ ਐਂਟੀ ਕਰਪਸ਼ਨ ਅਵਾਰਡ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੋਵੇਗਾ ਜਿਹੜੇ ਕਿ ਕਿਸੇ ਵੀ ਕੰਡੀਸ਼ਨ ਦੇ ਵਿੱਚ ਕਰਪਸ਼ਨ ਦੇ ਅਗੇਂਸਟ ਲੜੇ ਹੋਣ, ਉਹਨਾਂ ਲੋਕਾਂ ਨੂੰ ਇਹ ਅਵਾਰਡ ਦਿੱਤਾ ਜਾਂਦਾ ਆ। ਔਰ ਕਰਪਸ਼ਨ ਦੇ ਅਗੇਂਸਟ ਲੜ ਕੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੁੰਦਾ ਆ, ਓਕੇ। 26th ਕੁਐਸਚਨ, ਕਿਹਨਾਂ ਨੂੰ ICAS ਯਾਨੀ ਇੰਟਰਨੈਸ਼ਨਲ ਕਾਉਂਸਿਲ ਫॉर ਐਡਵਰਟਾਈਜ਼ਿੰਗ ਸੈਲਫ ਰੈਗੂਲੇਸ਼ਨ ਦੇ ਵਿੱਚ ਨੋਮੀਨੇਟ ਕੀਤਾ ਗਿਆ ਆ? ਸ਼ੀ ਇਜ਼ ਮਨੀਸ਼ਾ ਕਪੂਰ, ਓਕੇ। ਔਰ ਇਹ ਐਡਵਰਟਾਈਜ਼ਿੰਗ ਸਟੈਂਡਰਡਸ ਕਾਉਂਸਿਲ ਆਫ ਇੰਡੀਆ ਦੇ ਵੀ ਜਨਰਲ ਸੈਕਟਰੀ ਸੀਗੇ, ਰਾਈਟ। ਐਂਡ ਇਹ ਆਪਣੀ ਨਿਊ ਪੋਸਟ ਦੇ ਉੱਪਰ 2023 ਤੱਕ ਸਰਵ ਕਰਨਗੇ, ਆਲਰਾਈਟ। ਅੱਗੇ ਹੈ ਨੈਲਸਨ ਮੰਡੇਲਾ ਵਰਲਡ ਹਿਊਮੈਨਿਟੇਰੀਅਨ ਅਵਾਰਡ 2021 ਇਹ ਕਿਹਨਾਂ ਨੇ ਜਿੱਤਿਆ ਆ? ਇਹਨਾਂ ਦਾ ਨਾਮ ਹੈ ਰੁਮਾਨਾ ਸਿਨਹਾ ਸਹਿਗਲ, ਸੌਰੀ, ਆਲਰਾਈਟ। ਇਹ ਹੈਦਰਾਬਾਦ ਦੇ ਸੌਫਟਵੇਅਰ ਇੰਜੀਨੀਅਰਸ ਹੈਗੇ ਆ। ਇਹਨਾਂ ਨੂੰ ਨੋਨ ਬਾਇਓਡਿਗ੍ਰੇਡੇਬਲ ਐਂਡ ਅਲੱਗ-ਅਲੱਗ ਮਟੀਰੀਅਲ ਨੂੰ ਰੀਸਾਈਕਲ ਕਰਨ ਦੇ ਵਿੱਚ ਕੰਟਰੀਬਿਊਟ ਕਰਨ ਦੇ ਲਈ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਇੱਕ ਬੁੱਕ ਦਾ ਨਾਮ ਦਿੱਤਾ ਹੈ ਦ ਬੈਂਚ, ਠੀਕ ਹੈ। ਇਸ ਬੁੱਕ ਦੇ ਸਾਡੇ ਕੋਲੋਂ ਰਾਈਟਰ ਪੁੱਛੇ ਗਏ ਆ, ਤਾਂ ਇਹਨਾਂ ਦਾ ਨਾਮ ਹੈਗਾ ਆ ਮੈਗਨ ਮੈਕਲ, ਠੀਕ ਹੈ। ਔਰ ਇਸ ਬੁੱਕ ਨੂੰ ਫਾਦਰਸ ਡੇ ਦੇ ਉੱਪਰ ਰਿਲੀਜ਼ ਕੀਤਾ ਗਿਆ ਸੀਗਾ। ਇਹ ਬਹੁਤ ਇੰਪੋਰਟੈਂਟ ਕੁਐਸਚਨ ਰਹੇਗਾ। ਪਹਿਲੇ ਫੀਮੇਲ ਚੇਅਰਮੈਨ ਦੱਸਨੇ ਆ ਅਸੀਂ ਨਾਸਕੌਮ ਦੇ, ਰਾਈਟ। ਤਾਂ ਇਹਨਾਂ ਦਾ ਨਾਮ ਹੈਗਾ ਆ ਰੇਖਾ M ਮੈਨਨ, ਓਕੇ। ਔਰ ਦੇਖੋ 30 ਸਾਲ ਹੋ ਚੁੱਕੇ ਨੇ ਨਾਸਕੌਮ ਨੂੰ ਬਣੇ ਹੋਏ, ਠੀਕ ਹੈ। ਤਾਂ 30 ਸਾਲ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਜਦੋਂ ਕਿਸੇ ਫੀਮੇਲ ਚੇਅਰਮੈਨ ਨੂੰ ਇੱਥੇ ਅਪਾਇੰਟ ਕੀਤਾ ਗਿਆ ਹੋਏ। ਕੁਐਸਚਨ ਨੰਬਰ 30, ਕੌਣ ਹੈਗੇ ਆ ਜਿਹੜੇ ਪਹਿਲੇ ਇੰਡੀਅਨ ਵਿਮਨ ਬਣੇ ਜਿਹੜੇ ਕਿ ਯੰਗੈਸਟ ਮੇਅਰ ਅਪਾਇੰਟ ਹੋਇਆ ਇੰਡੀਆ ਦੇ ਵਿੱਚ? ਇਹਨਾਂ ਦਾ ਨਾਮ ਰਹੇਗਾ ਆਰਿਆ ਰਾਜੇਂਦਰਨ S, ਓਕੇ। ਇਹਨਾਂ ਦੀ ਏਜ ਦੇਖੋਗੇ ਤਾਂ ਸ਼ੀ ਇਜ਼ 21 ਐਂਡ ਇਹ ਥਿਰੂਵਨੰਤਪੁਰਮ ਕਾਰਪੋਰੇਸ਼ਨ ਜੋ ਕਿ ਕੇਰਲਾ ਦੇ ਵਿੱਚ ਹੈ
इस दे मेयर अपॉइंट होए ने, ठीक है। 31st क्वेश्चन, पहले इंडियन जिन्हां ने अरब वर्ल्ड नोबल प्राइज शेख जायद बुक अवार्ड ਨੂੰ ਜਿੱਤਿਆ ਹੈਗਾ ਆ, ਇਹਨਾਂ ਦਾ ਨਾਮ ਰਹੇਗਾ ਡਾਕਟਰ ਤਾਹਿਰਾ ਕੁਤੁਬਦੀਨ, ਓਕੇ। ਐਂਡ ਇਹਨਾਂ ਦੀ ਬੁੱਕ ਕਿਹੜੀ ਹੈ ਜਿਨ੍ਹਾਂ ਦੇ ਲਈ ਇਹਨਾਂ ਨੂੰ ਇਹ ਵਾਲਾ ਅਵਾਰਡ ਮਿਲਿਆ ਆ, ਤਾਂ ਬੁੱਕ ਦਾ ਨਾਮ ਤੁਹਾਡੇ ਲਈ ਇੰਪੋਰਟੈਂਟ ਰਹੇਗਾ, ਯਾਦ ਰੱਖ ਲੈਣਾ, अरेबिक ओरेशन आर्ट एंड फंक्शन, ओके। 32nd क्वेश्चन, कौन है जो कि पहले विमेन बने मेघालय दे जिन्हां नूं की चीफ सैक्रटरी बनाया गया, राइट। तो इन्हां दा नाम है RV सुचियांग, ऑलराइट। और यह 1989 बैच दे IAS ऑफिसर ने, ओके। 33rd क्वेश्चन, पहले इंडियन फीमेल रेफरी जिन्हां ने ICC दे इवेंट दे विच ग्लोबल लैवल दे उपर एज रेफरी अपनी भूमिका निभाई है, इन्हां दा नाम है GS लक्ष्मी, राइट। और अगर तुहाडे कोलों इस मैच बारे पूछा जाए तो याद रखना इन्हां ने आस्ट्रेलिया दे विच होया जिहड़ा विमेन T20 वर्ल्ड कप सी ना, उस दे विच एज रेफरी वर्क कीता सीगा, ठीक है। और इस दे विच ना पहली बारी एक टीम ने पार्टिसिपेट किया, दैट वाज थाईलैंड, ओके। थाईलैंड एंड वैस्ट इंडीज दे विच एक मैच होया सी जिस दे विच ये रेफरी रही सी, ओके। क्वेश्चन नंबर 34, केरला दे पहले DG कौन बने हैं? असी कुछ देर पहला किया कि पंजाब दे पहले DG विनी महाजन बने ने, ठीक है। तो हुण असीं इत्थे केरला दे देख लैणे आ, इन्हां दा नाम है R श्रीलेखा, ऑलराइट। एंड यह भी 1987 बैच दे ऑफिसर हैगे हैं। और ईवन केरला दे विच पहले IPS ऑफिसर बनन वाले भी R श्रीलेखा ही सीगे, ठीक है। इन्हां ने 2017 दे विच इत्थे अपॉइंटमेंट लई सी। 31st क्वेश्चन, पहले फीमेल दसो जिन्हां ने रफेल कॉम्बैट एयरक्राफ्ट नूं उड़ाया, इन्हां दा नाम हैगा आ शिवांगी सिंह, ठीक है। तो इंडियन एयरफोर्स दे विच ना 5 रफेल एयरक्राफ्ट्स नूं फर्स्ट टाइम 10th of September 2020 दे विच इंडक्ट किया गया सीगा, और इनू हरियाणा के अंबाला दे विच लिआंदा गया सी, ठीक है। तो जिहड़े शिवांगी है ये यूपी के वाराणसी तो बिलोंग करते हैं, और इंडियन एयरफोर्स नू ज्वाइन करन तो बाद यह MiG-21 बाइसन एयरक्राफ्ट नू भी फ्लाई कर रहे सीगे, ओके। 36th क्वेश्चन, वेयर अबाउट्स नाम की बुक किन्हां ने लिखी है? तो ये जो बुक है ये लिखी गई है झुंपा लहरी वालों, ठीक है। तो जिहड़े झुंपा लहरी है इन्हां नू पहला एक अवार्ड भी मिल चुका है, दैट इज पुलिट्जर प्राइज, ठीक है। और तुहानू पता है इंटरनेशनल लैवल का प्राइज हुंदा है जो कि राइटर्स नू मिलता है, और इन्हां नू अपने नोवल द लो लैंड एंड इंटरप्रिटर ऑफ मैलडीज के लिए ये वाला अवार्ड मिलिया सी, ठीक है। 37th क्वेश्चन, पहले फीमेल दसो जिन्हां ने रिपब्लिक डे की परेड नू लीड किया, इन्हां दा नाम रहेगा तानिया शेरगिल, ओके। जनवरी 2020 दी जो रिपब्लिक डे की परेड हुई, इस दे विच इन्हां ने ऑल मैन कॉन्टिजेंट सी ना, यानी कि सारा ही जो मैन दा कॉन्टिजेंट सी उसनू इन्हां ने लीड किया सीगा, और यह परेड तुहानू पता ही है न्यू दिल्ली के राजपथ दे विच हुंदी है, ओके। 38th क्वेश्चन, पहले फीमेल क्रिकेटर दसो जिन्हां नू डोप टेस्ट दे विच फेल होने करके बैन कर दिता गया, इन्हां दा नाम हैगा अंशुला राव, ओके। और यह बिलोंग कित्थों करते हैं? यह बिलोंग करते हैं मध्य प्रदेश तो, और इन्हां दे उपर 4 साल का बैन लगा दिता गया नाडा वालों। नाडा स्टैंड्स फॉर नैशनल एंटी डोपिंग एजेंसी, ठीक है। जिहड़े प्लेयर्स हुंदे आ जदों किसी भी ईवेंट दे विच पार्टिसिपेट करते हैं तो उन्हां दा डोप टेस्ट नैशनल लैवल दे उपर नाडा करती है, बट अगर इंटरनेशनल लैवल ते एजेंसी देखनी होवे दैट इज वाडा, इट्स वर्ल्ड एंटी डोपिंग एजेंसी, ठीक है। 39th क्वेश्चन, who is the first female to be appointed as DG of the Bureau of Civil Aviation Security? ਤਾਂ सिविल एविएशन सिक्योरिटी दे विच पहले DG वजों अपॉइंट किया गया उषा पाठी नू, ओके। और ये फर्स्ट फीमेल है एंड 3rd IAS ऑफिसर है जिन्होंने इस पोस्ट के उपर अपॉइंट किया गया। इन्हां ने जुलाई 2022 दे विच इस पोस्ट के उपर सर्व करना है, ठीक है, यानी कि 2022 जुलाई तक सर्व करना है, ओके। इन्हां ने सक्सीड किन्हां नू कीता? मिस्टर राकेश अस्थाना नू, और हुण मिस्टर राकेश अस्थाना ये बॉर्डर सिक्योरिटी फोर्स दे विच DG अपॉइंट हो चुके ने, ओके। नेक्स्ट क्वेश्चन है, हु बिकेम फर्स्ट फीमेल टू क्रॉस एटलांटिक ओशियन? तो एटलांटिक ओशियन नू क्रॉस करन वाले पहले फीमेल बन गए ने इंडिया दे आरोही पंडित, ठीक है। ये कित्थों बिलोंग करते हैं?
ਮੁੰਬਈ ਤੋਂ ਬਿਲੋਂਗ ਕਰਦੇ ਨੇ ਔਰ ਇਹਨਾਂ ਨੇ ਲਾਈਟ ਸਪੋਰਟਸ 에ਅਰਕ੍ਰਾਫਟ ਦੇ ਨਾਲ ਐਟਲੈਂਟਿਕ ਓਸ਼ਨ ਨੂੰ ਕ੍ਰਾਸ ਕੀਤਾ ਸੀ। ਓਕੇ, 41st ਕੁਐਸਚਨ, ਪਹਿਲੇ ਇੰਡੀਅਨ ਦੱਸੋ ਜਿਨ੍ਹਾਂ ਨੂੰ ਵਾਈਲਡ ਇਨੋਵੇਟਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦਾ ਨਾਮ ਹੈ ਕ੍ਰਿਥੀ ਕਰੰਥ। ਓਕੇ, ਔਰ ਇਹ ਬੈਂਗਲੁਰੂ ਦੇ ਵਿੱਚ ਜੋ ਹੈ ਇੱਕ ਸੈਂਟਰ ਹੈ, ਸੈਂਟਰ ਫॉर ਵਾਈਲਡ ਲਾਈਫ ਸਟੱਡੀਜ਼, ਠੀਕ ਹੈ, ਉਸ ਦੇ ਵਿੱਚ ਚੀਫ ਕੰਜ਼ਰਵੇਸ਼ਨ ਸਾਇੰਟਿਸਟ ਕੰਮ ਕਰਦੇ ਹੈਗੇ ਆ ਔਰ ਇਹ ਪਹਿਲੇ ਇੰਡੀਅਨ ਐਂਡ ਏਸ਼ੀਅਨ ਵਿਮਨ ਬਣੇ ਜਿਨ੍ਹਾਂ ਨੂੰ ਕਿ ਇਹ ਵਾਲਾ ਅਵਾਰਡ ਦਿੱਤਾ ਗਿਆ। ਠੀਕ ਹੈ, ਔਰ ਇਹ ਅਵਾਰਡ ਦਿੰਦਾ ਕੌਣ ਹੈ? ਇਹ ਵਾਈਲਡ ਐਨੀਮਲਸ ਫਾਊਂਡੇਸ਼ਨ ਦੇ ਵੱਲੋਂ ਅਵਾਰਡ ਦਿੱਤਾ ਜਾਂਦਾ ਹੈ। ਠੀਕ ਹੈ, 42nd ਕੁਐਸਚਨ, ਪਹਿਲੇ ਫੀਮੇਲ ਦੱਸੋ ਜਿਨ੍ਹਾਂ ਨੂੰ ਕਿ ਏਬਲ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦਾ ਨਾਮ ਹੈਗਾ ਕਰਨ ਓਲੈਨਬੈਕ। ਆਲਰਾਈਟ, ਔਰ ਅਗਰ ਤੁਸੀਂ ਏਬਲ ਅਵਾਰਡ ਦੀ ਗੱਲ ਕਰੋਗੇ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਇਹ ਅਵਾਰਡ ਨਾ ਆਊਟਸਟੈਂਡਿੰਗ ਮੈਥਮੈਟੀਸ਼ੀਅਨਸ ਨੂੰ ਦਿੱਤਾ ਜਾਂਦਾ ਆ। 2003 ਦੇ ਵਿੱਚ ਪਹਿਲੀ ਵਾਰੀ ਇਸ ਨੂੰ ਦੇਣਾ ਸਟਾਰਟ ਕੀਤਾ ਗਿਆ ਸੀਗਾ ਔਰ ਇਸ ਨੂੰ ਨੋਰਵੇ ਗਵਰਨਮੈਂਟ ਵੱਲੋਂ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿੰਗ ਆਫ ਨੋਰਵੇ ਵੱਲੋਂ ਦਿੱਤਾ ਜਾਂਦਾ ਹੈ। ਠੀਕ ਹੈ, ਦੋਨਾਂ ਵਿੱਚੋਂ ਕੋਈ ਵੀ ਆਪਸ਼ਨ ਆਏਗੀ ਤਾਂ ਤੁਸੀਂ ਟਿਕ ਕਰ ਸਕਦੇ ਹੋ। 43rd ਕੁਐਸਚਨ, ਪਹਿਲੇ ਫੀਮੇਲ ਚੇਅਰਪਰਸਨ ਕੌਣ ਬਣੇ ਜਿਨ੍ਹਾਂ ਨੇ ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਨੂੰ ਜੁਆਇਨ ਕੀਤਾ ਸੀ। ਠੀਕ ਹੈ, ਤਾਂ ਇਹਨਾਂ ਦਾ ਨਾਮ ਹੋ ਜਾਏਗਾ ਰੂਪਾ ਗੁਰੂਨਾਥ। ਆਲਰਾਈਟ, ਔਰ ਇਹਨਾਂ ਨੂੰ ਸੈਪਟੈਂਬਰ 2019 ਦੇ ਵਿੱਚ ਹੀ ਐਸ ਪੋਸਟ ਦੇ ਉੱਪਰ ਅਪਾਇੰਟ ਕੀਤਾ ਗਿਆ ਔਰ ਇਹਨਾਂ ਨੇ ਕੀ ਕੀਤਾ ਜੀ, ਦਸੰਬਰ 2021 ਦੇ ਵਿੱਚ ਰਿਜ਼ਾਈਨ ਵੀ ਕਰ ਦਿੱਤਾ ਆ ਬਿਕਾਜ਼ ਇਹ ਆਪਣੇ ਕੈਰੀਅਰ ਦੇ ਵਿੱਚ ਅੱਗੇ ਹੋਰ ਵੀ ਜ਼ਿਆਦਾ ਬੈਟਰ ਪਰਫਾਰਮ ਕਰਨਾ ਚਾਹੁੰਦੇ ਆ। ਓਕੇ, 44th ਕੁਐਸਚਨ, ਉਹਨਾਂ ਇੰਡੀਅਨ ਦਾ ਨਾਮ ਦੱਸੋ ਜਿਨ੍ਹਾਂ ਨੂੰ ਜਾਪਾਨ ਦੇ ਆਰਡਰ ਆਫ ਦਾ ਰਾਈਜ਼ਿੰਗ ਸਨ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦਾ ਨਾਮ ਹੈ ਸ਼ਾਮਲਾ ਗਣੇਸ਼। ਓਕੇ, ਔਰ ਇਹ ਇੱਕ ਟੀਚਰ ਹੈਗੇ ਆ, ਕਿੱਥੋਂ ਬਿਲੋਂਗ ਕਰਦੇ ਆ? ਬੈਂਗਲੁਰੂ ਤੋਂ। ਇਹਨਾਂ ਨੇ ਜੈਪਨੀਜ਼ ਲੈਂਗੁਏਜ ਐਂਡ ਕਲਚਰ ਨੂੰ ਕਰਨਾਟਕਾ ਦੇ ਵਿੱਚ ਬਹੁਤ ਜ਼ਿਆਦਾ ਸਪਰੈਡ ਕੀਤਾ ਸੀ, ਇਸੇ ਲਈ ਇਹਨਾਂ ਨੂੰ ਇਹ ਵਾਲਾ ਅਵਾਰਡ ਦਿੱਤਾ ਗਿਆ। ਪਹਿਲੇ ਫੀਮੇਲ ਦੱਸੋ ਜੋ ਕਿ ਕੰਬੈਟ ਪਾਇਲਟ ਬਣੇ ਆ ਇੰਡੀਅਨ ਆਰਮਡ ਫੋਰਸਿਸ ਦੇ ਵਿੱਚ। ਇਹਨਾਂ ਦਾ ਨਾਮ ਰਹੇਗਾ ਅਵਨੀ ਚਤੁਰਵੇਦੀ। ਆਲਰਾਈਟ, ਔਰ ਜਿਹੜੇ ਇਹ ਅਵਨੀ ਚਤੁਰਵੇਦੀ ਹੈਗੇ ਆ ਨਾ, ਇਹ ਇਕੱਲੇ ਨਹੀਂ ਸੀ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ। ਨੋ ਡਾਊਟ ਇਹ ਪਹਿਲੇ ਜ਼ਰੂਰ ਰਹਿਣਗੇ ਬਟ ਇਹਨਾਂ ਦੇ ਨਾਲ ਇਹਨਾਂ ਦੇ ਦੋ ਹੋਰ ਸਾਥੀ ਹੈ ਜਿਨ੍ਹਾਂ ਨੂੰ ਇਸੇ ਹੀ ਪੋਸਟ ਦੇ ਉੱਪਰ ਜੋ ਹੈ ਅਪਾਇੰਟ ਕੀਤਾ ਗਿਆ ਸੀਗਾ। ਠੀਕ ਹੈ, ਪਹਿਲਾ ਨਾਮ ਹੋ ਜਾਏਗਾ ਮੋਹਾਨਾ ਸਿੰਘ ਐਂਡ ਦੂਸਰੇ ਹੈਗੇ ਆ ਭਾਵਨਾ ਕਾਂਤ। ਠੀਕ ਹੈ, ਇਹਨਾਂ ਨੂੰ ਵੀ ਐਜ਼ ਕੰਬੈਟ ਪਾਇਲਟ ਜੋ ਹੈ ਅਪਾਇੰਟ ਕੀਤਾ ਗਿਆ। ਓਕੇ, 46th ਕੁਐਸਚਨ, ਪਹਿਲੇ ਵਿਮਨ ਫਾਈਟਰ ਪਾਇਲਟ ਦੱਸਣੇ ਹੈ ਜਿਨ੍ਹਾਂ ਨੇ ਰਿਪਬਲਿਕ ਡੇ ਦੇ ਫਲਾਈ ਪਾਸ ਦੇ ਵਿੱਚ ਪਾਰਟਿਸਿਪੇਟ ਕੀਤਾ। ਇਹਨਾਂ ਦਾ ਨਾਮ ਰਹੇਗਾ ਭਾਵਨਾ ਕਾਂਤ। ਠੀਕ ਹੈ, ਔਰ 2021 ਦੀ ਪਰੇਡ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਸੀਗਾ ਔਰ ਇਹ 에ਅਰ ਫੋਰਸ ਦੇ ਟੈਬਲਿਆਓ ਦਾ ਪਾਰਟ ਬਣੇ ਸੀ। ਠੀਕ ਹੈ, ਜਿਸ ਦੇ ਵਿੱਚ ਕੀ ਦਿਖਾਇਆ ਗਿਆ ਸੀ? ਲਾਈਟ ਕੰਬੈਟ 에ਅਰਕ੍ਰਾਫਟ ਸੁਖੋਈ 30, ਠੀਕ ਹੈ, ਫਾਈਟਰ ਪਲੇਨ ਐਂਡ ਲਾਈਟ ਕੰਬੈਟ ਹੈਲੀਕਾਪਟਰਸ ਨੂੰ ਦਿਖਾਇਆ ਗਿਆ ਸੀਗਾ। ਓਕੇ, ਇਸ ਝਾਂਕੀ ਦੇ ਵਿੱਚ। 47th ਕੁਐਸਚਨ, ਕਿਹੜੇ ਪਰਸਨ ਹੈ ਜੋ ਕਿ ਪਹਿਲੇ ਡਿਫਰੈਂਟਲੀ ਏਬਲਡ ਪਰਸਨ ਬਣੇ ਜਿਨ੍ਹਾਂ ਨੇ ਅੰਟਾਰਕਟਿਕਾ ਦੀ ਹਾਈਐਸਟ ਪੀਕ ਨੂੰ ਸਕੇਲ ਕੀਤਾ ਆ। ਇਹਨਾਂ ਦਾ ਨਾਮ ਰਹੇਗਾ ਅਰੁਣਿਮਾ ਸਿਨਹਾ। ਠੀਕ ਹੈ, ਔਰ ਇਹ 2013 ਦੇ ਵਿੱਚ ਵੀ ਫਸਟ ਐਦਾਂ ਦੇ ਡਿਫਰੈਂਟਲੀ ਏਬਲਡ ਫੀਮੇਲ ਬਣੇ ਸੀ ਜਿਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਵੀ ਸਕੇਲ ਕੀਤਾ ਸੀ। ਠੀਕ ਹੈ, ਤੇ ਹੁਣ ਇਹਨਾਂ ਨੇ ਅੰਟਾਰਕਟਿਕਾ ਦੀ ਹਾਈਐਸਟ ਪੀਕ, ਇਸ ਮਾਊਂਟੇਨ ਦਾ ਵੀ ਨਾਮ ਯਾਦ ਰੱਖਣਾ ਕਿਉਂਕਿ ਇਹ ਨਿਊਜ਼ ਦੇ ਵਿੱਚ ਹੈ, ਮਾਊਂਟ ਵਿਨਸਨ। ਠੀਕ ਹੈ, ਇਸ ਨੂੰ ਸਕੇਲ ਕਰਕੇ ਇਹਨਾਂ ਨੇ ਨਿਊ ਰਿਕਾਰਡ ਬਣਾ ਦਿੱਤਾ ਆ ਔਰ ਇਹ ਫੋਰਮਰ ਨੈਸ਼ਨਲ ਲੈਵਲ ਦੇ ਵਾਲੀਬਾਲ ਪਲੇਅਰ ਵੀ ਰਹੇ ਨੇ। ਠੀਕ ਹੈ, ਔਰ ਹੁਣ ਇਹ ਇੱਕ ਮਾਊਂਟੇਨੀਅਰ ਬਣ ਗਏ ਨੇ। ਕੁਐਸਚਨ ਨੰਬਰ 48, ਪਹਿਲੀ ਫੀਮੇਲ ਪਾਇਲਟ ਦੱਸੋ ਜਿਨ੍ਹਾਂ ਨੇ ਇੰਡੀਅਨ ਨੇਵੀ ਦੇ ਵਿੱਚ ਅਪਾਇੰਟਮੈਂਟ ਲਈ ਹੈ। ਇਹਨਾਂ ਦਾ ਨਾਮ ਹੈਗਾ ਆ ਆਯਾਸ਼ਾ ਆਜ਼ੀਜ਼। ਓਕੇ, ਔਰ ਇਹ ਬਿਲੋਂਗ ਕਿੱਥੋਂ ਕਰਦੇ ਆ? ਕਸ਼ਮੀਰ ਤੋਂ। ਇਹਨਾਂ ਨੇ 15 ਸਾਲ ਦੀ ਉਮਰ ਦੇ ਵਿੱਚ ਹੀ ਪਾਇਲਟ ਦਾ ਲਾਇਸੈਂਸ ਲੈ ਲਿਆ ਸੀਗਾ ਔਰ ਇਹਨੂੰ ਹਾਸਿਲ ਕਰਨ ਵਾਲੇ ਇਹ ਯੰਗੈਸਟ ਸਟੂਡੈਂਟ ਪਾਇਲਟ ਬਣੇ ਸੀ। ਰਾਈਟ, ਔਰ ਮਿਗ 29 ਜੈਟ ਨੂੰ ਉਡਾਉਣ ਦੀ ਵੀ ਇਹਨਾਂ ਨੇ ਟ੍ਰੇਨਿੰਗ ਲਈ ਸੀ। ਓਕੇ, 49th ਕੁਐਸਚਨ, ਪਹਿਲੇ ਇੰਡੀਅਨ ਵਿਮਨ ਦੱਸੋ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਐਜ਼ ਜਨਰਲ ਵਾਈਸ ਪ੍ਰੈਜ਼ੀਡੈਂਟ ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਡਿਵੈਲਪਮੈਂਟ ਐਸੋਸੀਏਸ਼ਨ। ਇਹਨਾਂ ਦਾ ਨਾਮ ਹੈ ਡਾਕਟਰ ਵਿਨਿਆ ਸ਼ੈਟੀ। ਓਕੇ, ਔਰ ਇਹ ਮੁੰਬਈ ਤੋਂ ਬਿਲੋਂਗ ਕਰਦੇ ਨੇ। ਓਕੇ, ਔਰ ਇਹਨਾਂ ਨੂੰ ਜੋ ਜਨਰਲ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਨਾ, ਇਹ ਇੰਡੀਆ ਦੇ ਤਾਂ ਪਹਿਲੇ ਹੈਗੇ ਹੀ ਹੈ। ਓਕੇ, ਇਸ ਦੇ ਨਾਲ ਪਹਿਲੇ ਏਸ਼ੀਅਨ ਵੀ ਪੁੱਛਿਆ ਜਾਏ ਤਾਂ ਵੀ ਤੁਸੀਂ ਡਾਕਟਰ ਵਿਨਿਆ ਸ਼ੈਟੀ ਦਾ ਹੀ ਨਾਮ ਯਾਦ ਰੱਖਣਾ ਹੈ। 1986 ਦੇ ਵਿੱਚ ਇਸ ਐਸੋਸੀਏਸ਼ਨ ਨੂੰ ਫਾਰਮ ਕੀਤਾ ਗਿਆ ਸੀ। ਓਕੇ, ਕੁਐਸਚਨ ਨੰਬਰ 50,
ਪਹਿਲੇ ਇੰਡੀਅਨ ਫੀਮੇਲ ਹਾਕੀ ਪਲੇਅਰ ਦੱਸੋ ਜਿਨ੍ਹਾਂ ਨੇ ਇੱਕ ਅਵਾਰਡ ਲਿਆ ਵਰਲਡ ਗੇਮਸ ਐਥਲੀਟ ਆਫ ਦ ਈਅਰ ਅਵਾਰਡ। ਤਾਂ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਰਾਣੀ ਰਾਮਪਾਲ ਨੂੰ। ਠੀਕ ਹੈ, ਰਾਣੀ ਰਾਮਪਾਲ ਨੂੰ ਪਹਿਲਾਂ ਵੀ ਕਾਫੀ ਸਾਰੇ ਅਵਾਰਡਸ ਮਿਲੇ ਹੈ। 2019 ਦੇ ਵਿੱਚ ਜੋ ਹੈ ਨਾ ਇਹਨਾਂ ਨੂੰ ਇਹ ਵਾਲਾ ਅਵਾਰਡ ਦਿੱਤਾ ਗਿਆ ਸੀਗਾ, ਬਟ 2016 ਦੇ ਵਿੱਚ ਇਹਨਾਂ ਨੂੰ ਅਰਜੁਨਾ ਅਵਾਰਡ ਮਿਲ ਚੁੱਕਿਆ ਆ। ਔਰ ਇਹੀ ਪਹਿਲੇ ਹਾਕੀ ਪਲੇਅਰ ਰਹੇ ਜਿਨ੍ਹਾਂ ਨੂੰ 2020 ਦੇ ਵਿੱਚ ਇੰਡੀਆ ਦੇ ਹਾਈਐਸਟ ਸਪੋਰਟ ਆਨਰ ਖੇਲ ਰਤਨ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਓਕੇ, 51st ਕੁਐਸਚਨ, ਕੌਣ ਹੈ ਜਿਨ੍ਹਾਂ ਨੂੰ ਕਿ 에ਅਰਲਾਈਨ ਪੈਚ ਗਲੋਬਲ ਵਿਜ਼ਨ ਦਾ ਅਵਾਰਡ ਦਿੱਤਾ ਗਿਆ ਆ? ਇਹਨਾਂ ਦਾ ਨਾਮ ਹੈ ਗੀਤਾ ਮਿੱਤਲ। ਠੀਕ ਹੈ, ਔਰ ਇਹ JNK ਦੇ ਫਾਰਮਰ ਚੀਫ ਜਸਟਿਸ ਰਹੇ ਹੋਏ ਆ ਹਾਈ ਕੋਰਟ ਦੇ। ਓਕੇ, ਐਂਡ ਇਹ ਅਵਾਰਡ 2 ਪਰਸਨ ਨੂੰ ਦਿੱਤਾ ਗਿਆ ਸੀ। ਇੱਕ ਤਾਂ ਇਹ ਗੀਤਾ ਗੋਪੀਨਾਥ ਹੋ ਗਏ, ਓਕੇ, ਦੂਸਰੇ ਮੈਕਸੀਕੋ ਦੇ ਮਾਰਗਰੇਟਾ ਲੂਨੋ ਰੈਮੋਸ ਵੀ ਨੇ। ਠੀਕ ਹੈ, ਔਰ ਇਹ ਵਾਲਾ ਜਿਹੜਾ ਅਵਾਰਡ ਹੈ ਇਸ ਨੂੰ 2016 ਦੇ ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਿਮਨ ਜੱਜਿਸ ਨੇ ਫਾਰਮ ਕੀਤਾ ਸੀਗਾ। ਓਕੇ, ਔਰ ਇਹ ਪਹਿਲੇ ਇੰਡੀਅਨ ਜੱਜ ਬਣੇ ਆ ਜਿਨ੍ਹਾਂ ਨੂੰ ਕਿ ਇਹ ਵਾਲਾ ਅਵਾਰਡ ਮਿਲਿਆ ਆ। ਓਕੇ, ਕੁਐਸਚਨ ਨੰਬਰ 52, ਚੰਦਰੂ ਤੋਮਰ ਜਿਨ੍ਹਾਂ ਦੀ ਹਾਲ ਹੀ ਦੇ ਵਿੱਚ ਡੈਥ ਹੋਈ ਹੈ ਉਹ ਕਿਸ ਨਾਮ ਦੇ ਨਾਲ ਫੇਮਸਲੀ ਜਾਣੇ ਜਾਂਦੇ ਸੀ? ਤਾਂ ਇਹਨਾਂ ਨੂੰ ਬੋਲਿਆ ਜਾਂਦਾ ਸੀਗਾ ਸ਼ੂਟਰ ਦੇਵੀ। ਠੀਕ ਹੈ, ਤਾਂ ਇਹ ਸ਼ੂਟਿੰਗ ਦੀ ਗੇਮ ਦੇ ਨਾਲ ਬਿਲੋਂਗ ਕਰਦੇ ਨੇ। ਔਰ ਦੇਖੋ ਇਹ 60 ਸਾਲ ਦੇ ਸੀਗੇ ਜਦੋਂ ਇਹਨਾਂ ਨੇ ਇਸ ਗੇਮ ਨੂੰ ਅਡਾਪਟ ਕੀਤਾ ਸੀਗਾ। ਇਸ ਤਰ੍ਹਾਂ ਫਿਰ ਇਹ 올ਡੈਸਟ ਵਿਮਨ ਸ਼ਾਰਪ ਸ਼ੂਟਰ ਬਣ ਗਏ ਸੀ ਪੂਰੇ ਵਰਲਡ ਦੇ ਵਿੱਚ। ਆਲਰਾਈਟ, ਔਰ 89 ਈਅਰ ਦੀ ਏਜ ਦੇ ਵਿੱਚ ਕੋਵਿਡ ਦੇ ਨਾਲ ਫਾਈਟ ਕਰਦੇ ਹੋਏ ਇਹਨਾਂ ਦੀ ਡੈਥ ਹੋ ਗਈ ਸੀ। ਓਕੇ, ਅੱਛਾ, ਇਹਨਾਂ ਦੇ ਉੱਪਰ ਨਾ ਇੱਕ ਮੂਵੀ ਵੀ ਬਣੀ ਸੀ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਕਿ ਇਹਨਾਂ ਦੇ ਉੱਪਰ ਕਿਸ ਮੂਵੀ ਨੂੰ ਬਣਾਇਆ ਗਿਆ ਸੀ। ਠੀਕ ਹੈ, ਓਕੇ, ਨੈਕਸਟ ਕੁਐਸਚਨ ਹੈ, ਪਹਿਲੇ ਅਰੁਣਾਚਲੀ ਵਿਮਨ ਦੱਸੋ ਜਿਨ੍ਹਾਂ ਨੂੰ IBA ਯਾਨੀ ਕਿ ਇੰਟਰਨੈਸ਼ਨਲ ਬਾਕਸਿੰਗ ਫੈਡਰੇਸ਼ਨ ਦੇ ਵਿੱਚ ਨਾ ਐਜ਼ ਲਾਈਕ ਅਪਾਇੰਟ ਕੀਤਾ ਗਿਆ। ਠੀਕ ਹੈ, ਤਾਂ ਇਹਨਾਂ ਦਾ ਨਾਮ ਹੋ ਜਾਏਗਾ ਡਾਕਟਰ ਤੜਾਂਗ ਮੀਨੂ। ਓਕੇ, ਔਰ ਇਹ ਪਹਿਲੇ ਅਰੁਣਾਚਲੀ ਹੈਗੇ ਆ ਔਰ ਦੂਸਰੇ ਇੰਡੀਅਨ ਹੋ ਜਾਣਗੇ। ਓਕੇ, ਜਿਨ੍ਹਾਂ ਨੂੰ ਕਿ ਇੰਟਰਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਦੀ ਕੋਚ ਕਮੇਟੀ ਦੇ ਵਿੱਚ ਅਪਾਇੰਟ ਕੀਤਾ ਗਿਆ। ਇਹ ਰਾਜੀਵ ਗਾਂਧੀ ਯੂਨੀਵਰਸਿਟੀ ਦੇ ਵਿੱਚ HOD ਯਾਨੀ ਕਿ ਹੈਡ ਆਫ ਦਾ ਡਿਪਾਰਟਮੈਂਟ ਵੀ ਹੈਗੇ ਆ। ਔਰ 2 ਸਾਲ ਦੇ ਲਈ ਇਹਨਾਂ ਨੇ ਇੰਡੀਆ ਦੀ ਬਾਕਸਿੰਗ ਫੈਡਰੇਸ਼ਨ ਆਫ ਇੰਡੀਆਜ਼ ਵਿਮਨ ਕਮਿਸ਼ਨ ਦੇ ਵਿੱਚ ਸਰਵ ਕੀਤਾ ਹੋਇਆ ਆ। ਓਕੇ, 54th ਕੁਐਸਚਨ, ਯੰਗੈਸਟ ਬੈਟਸਮੈਨ ਕੌਣ ਬਣੇ ਜਿਨ੍ਹਾਂ ਨੇ ਕਿ 50 ਰਨ ਹਾਸਿਲ ਕੀਤੇ ਹੈਗੇ ਆ ਆਪਣੇ ਪਹਿਲੇ ਟੈਸਟ ਮੈਚ ਦੀ ਇਨਿੰਗਸ ਦੇ ਵਿੱਚ? ਠੀਕ ਹੈ, ਤਾਂ ਇਹਨਾਂ ਦਾ ਨਾਮ ਰਹੇਗਾ ਸ਼ੇਫਾਲੀ ਵਰਮਾ। ਰਾਈਟ, ਇਹਨਾਂ ਦੀ ਕਿੰਨੀ ਏਜ ਸੀ ਜਦੋਂ ਇਹਨਾਂ ਨੇ ਇਹ ਵਾਲਾ ਮਾਈਲਸਟੋਨ ਹਾਸਿਲ ਕੀਤਾ? ਸਿਰਫ 17 ਸਾਲ। ਰਾਈਟ, ਇਹਨਾਂ ਨੇ ਇੰਗਲੈਂਡ ਐਂਡ ਇੰਡੀਆ ਦੇ ਵਿੱਚ ਹੋਏ ਟੈਸਟ ਮੈਚ ਦੇ ਵਿੱਚ ਇਹ ਵਾਲਾ ਲੈਂਡਮਾਰਕ ਹਾਸਿਲ ਕੀਤਾ ਸੀਗਾ। ਤਾਂ ਇਹਨਾਂ ਨੇ ਕਿੰਨਾ ਦਾ ਰਿਕਾਰਡ ਤੋੜਿਆ ਇਹ ਵੀ ਯਾਦ ਰੱਖਣਾ, ਆਸਟ੍ਰੇਲੀਆ ਦੇ ਜੈਸ ਜੋਨੈਸਨ ਦਾ ਰਿਕਾਰਡ ਬ੍ਰੇਕ ਕੀਤਾ ਸੀਗਾ। ਔਰ ਇਹ ਜੋ ਜੈਸ ਹੈਗੇ ਆ ਇਹਨਾਂ ਨੇ 22 ਈਅਰ ਦੀ ਏਜ ਦੇ ਵਿੱਚ ਇਹ ਵਾਲਾ ਰਿਕਾਰਡ ਬਣਾਇਆ ਸੀ। ਓਕੇ, 55th ਕੁਐਸਚਨ, ਪਹਿਲੇ ਇੰਡੀਅਨ ਦੱਸੋ ਜਿਨ੍ਹਾਂ ਨੂੰ ਕਿ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਐਜ਼ ਚੇਅਰਪਰਸਨ ਇਲੈਕਟ ਕੀਤਾ ਗਿਆ। ਇਹਨਾਂ ਦਾ ਨਾਮ ਰਹੇਗਾ ਸ਼ੇਫਾਲੀ ਜੁਨੀਜਾ। ਓਕੇ, ਔਰ ਪਹਿਲਾਂ ਇਹ ਸਿਵਲ ਐਵੀਏਸ਼ਨ ਮਿਨਿਸਟਰੀ ਦੇ ਵਿੱਚ 2012 ਤੋਂ ਲੈ ਕੇ 19 ਤੱਕ ਵੀ ਸਰਵ ਕਰ ਚੁੱਕੇ ਨੇ। 56th ਕੁਐਸਚਨ, ਪਹਿਲੇ ਫੀਮੇਲ ਦੱਸੋ ਜਿਨ੍ਹਾਂ ਨੂੰ ਇੰਡੀਅਨ ਕੋਸਟ ਗਾਰਡ ਦੇ ਵਿੱਚ DIG ਅਪਾਇੰਟ ਕੀਤਾ ਗਿਆ। ਇਹਨਾਂ ਦਾ ਨਾਮ ਹੈ ਨੂਪੁਰ ਕੁਲਸ਼੍ਰੇਸ਼ਠ। ਓਕੇ, 57th ਕੁਐਸਚਨ, ਕਿਹੜੇ ਇੰਡੀਅਨ origin ਵਿਮਨ ਹੈ ਜਿਨ੍ਹਾਂ ਨੂੰ ਕਿ CEO ਬਣਾਇਆ ਗਿਆ ਹੈਗਾ ਆ ਇੱਕ ਲਗਜ਼ਰੀ ਬ੍ਰਾਂਡ ਜਿਸ ਦਾ ਨਾਮ ਹੈ ਚੈਨਲ ਉਸ ਦੇ ਵਿੱਚ? ਓਕੇ, ਤਾਂ ਇਹਨਾਂ ਦਾ ਨਾਮ ਹੈ ਜੀ ਲੀਨਾ ਨਾਇਰ। ਓਕੇ, ਔਰ ਦੇਖੋ ਇਹ ਜੋ ਬ੍ਰਾਂਡ ਤੁਹਾਨੂੰ ਦਿਖ ਰਹੀ ਹੈ ਨਾ ਚੈਨਲ, ਇਹ ਪੁੱਛਿਆ ਜਾ ਸਕਦਾ ਹੈ ਕਿਹੜੇ ਦੇਸ਼ ਦੀ ਬ੍ਰਾਂਡ ਹੈ, ਤਾਂ ਇਹ ਫ੍ਰੈਂਚ ਲਗਜ਼ਰੀ ਬ੍ਰਾਂਡ ਹੋ ਜਾਏਗੀ। ਔਰ ਲੀਨਾ ਨਾਇਰ ਜੋ ਨੇ ਇਹ ਯੂਨੀਲੀਵਰ ਦੇ ਵਿੱਚ ਐਜ਼ ਚੀਫ ਹਿਊਮਨ ਰਿਸੋਰਸ ਆਫਿਸਰ ਵੀ ਸਰਵ ਕਰ ਰਹੀ ਸੀ। ਓਕੇ, 58th ਕੁਐਸਚਨ, ਕੌਣ ਹੈ ਜਿਨ੍ਹਾਂ ਨੂੰ ਕਿ IMF ਦੇ ਵਿੱਚ ਪਹਿਲੇ ਡਿਪਟੀ ਮੈਨੇਜਰ ਡਾਇਰੈਕਟਰ ਬਣਾਇਆ ਗਿਆ? ਵੈਰੀ ਮਚ ਇੰਪੋਰਟੈਂਟ ਕੁਐਸਚਨ, ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਡੈਫੀਨੇਟਲੀ ਦੇਖਣ ਨੂੰ ਮਿਲੇਗਾ। ਤਾਂ ਇਹ ਹੋ ਜਾਣਗੇ ਇੰਡੀਅਨ origin ਗੀਤਾ ਗੋਪੀਨਾਥ। ਰਾਈਟ, ਇਹ 3 ਸਾਲ ਦੇ ਲਈ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਵਿੱਚ ਐਜ਼ ਚੀਫ ਇਕਨੋਮਿਸਟ ਵੀ ਰਹਿ ਚੁੱਕੇ ਨੇ। ਔਰ ਹੁਣ ਇਹ 2022 ਦੇ ਵਿੱਚ ਪਹਿਲੇ DG ਵਜੋਂ ਵੀ ਕੰਮ ਕਰਨਗੇ। ਠੀਕ ਹੈ, ਦੇਖੋ IMF ਨੇ ਕੀ ਕੀਤਾ ਆ, ਇਹਨਾਂ ਨੇ ਹਾਲ ਹੀ ਦੇ ਵਿੱਚ ਨਵੀਂ ਪੋਸਟ ਕ੍ਰੀਏਟ ਕੀਤੀ ਹੈ ਡਿਪਟੀ ਮੈਨੇਜਿੰਗ ਡਾਇਰੈਕਟਰ ਦੀ। ਤਾਂ ਫਸਟ ਫੀਮੇਲ ਵੀ ਗੀਤਾ ਗੋਪੀਨਾਥ ਹੀ ਰਹਿਣਗੇ ਔਰ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਵੀ ਗੀਤਾ ਗੋਪੀਨਾਥ ਹੀ ਹੋ ਜਾਣਗੇ। ਠੀਕ ਹੈ, 59th ਕੁਐਸਚਨ, ਬਾਲੀਵੁੱਡ ਐਕਟ੍ਰੈਸ ਕਾਲਕੀ ਕੋਇਚਲਿਨ
ਇਹਨਾਂ ਨੇ ਆਪਣੀ ਪਹਿਲੀ ਬੁੱਕ ਲਿਖੀ ਹੈ, ਇਸ ਬੁੱਕ ਦਾ ਤੁਸੀਂ ਨਾਮ ਦੱਸਣਾ ਤਾਂ ਇਹ ਬੁੱਕ ਹੋ ਜਾਏਗੀ ਐਲੀਫੈਂਟ ਇਨ ਦ ਵਰਮ, ਓਕੇ। ਔਰ ਇਸ ਦੇ ਵਿੱਚ ਮਦਰਹੁੱਡ ਦੇ ਬਾਰੇ ਦੇ ਵਿੱਚ ਲਿਖਿਆ ਗਿਆ ਆ, ਲਾਈਕ ਪ੍ਰੈਗਨੈਂਸੀ ਹੈ ਜਾਂ ਫਿਰ ਮਦਰ ਪੈਰੈਂਟਿੰਗ ਦੇ ਬਾਰੇ ਦੇ ਵਿੱਚ। ਔਰ ਇਹਨਾਂ ਨੂੰ ਪੈਂਜਨ ਰੈਂਡਮ ਹਾਊਸ ਇੰਡੀਆ ਦੇ ਵੱਲੋਂ ਪਬਲਿਸ਼ ਕੀਤਾ ਗਿਆ, ਓਕੇ। 60th ਕੁਐਸਚਨ, ਸੈਲਫ ਮੇਡ ਵਿਮਨ ਬਿਲੀਨੀਅਰ ਹਾਲ ਹੀ ਦੇ ਵਿੱਚ ਇੰਡੀਆ ਦੇ ਬਣੇ ਹੈ, ਇਹਨਾਂ ਦਾ ਤੁਸੀਂ ਨਾਮ ਦੱਸਣਾ ਤਾਂ ਇਹ ਹੋ ਜਾਣਗੇ ਫਾਲਗੁਨੀ ਨਈਅਰ, ਠੀਕ ਹੈ। ਤਾਂ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ ਕਿ ਫਾਲਗੁਨੀ ਨਈਅਰ ਕੌਣ ਹੈਗੇ ਆ, ਤਾਂ ਤੁਸੀਂ ਇੱਕ ਬ੍ਰਾਂਡ ਸੁਣੀ ਹੋਏਗੀ ਨਾਇਕਾ, ਨਾਇਕਾ ਦੇ ਇਹ ਫਾਊਂਡਰ ਵੀ ਹੈ ਔਰ CEO ਵੀ ਨੇ, ਠੀਕ ਹੈ। ਇਹਨਾਂ ਨੇ 2012 ਦੇ ਇਹਨੂੰ ਫਾਊਂਡ ਕੀਤਾ ਸੀ, ਓਕੇ। ਔਰ ਇਹ 7th ਇੰਡੀਅਨ ਵਿਮਨ ਬਿਲੀਨੀਅਰ ਬਣ ਗਏ ਨੇ। 61st ਕੁਐਸਚਨ, ਯੂਨੈਸਕੋ ਵਰਲਡ ਪ੍ਰੈਸ ਫਰੀडम ਪ੍ਰਾਈਜ਼ 2021 ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਰਹੇਗਾ ਮਾਰੀਆ ਰੈਸਾ, ਠੀਕ ਹੈ। ਔਰ ਇਹ ਇੱਕ ਇਨਵੈਸਟੀਗੇਟਿੰਗ ਜਰਨਲਿਸਟ ਹੈਗੇ ਨੇ ਔਰ ਇਹ ABS CBN ਨਿਊਜ਼ ਐਂਡ ਕਰੰਟ ਅਫੇਅਰ ਦੇ ਹੈਡ ਵੀ ਹੋ ਜਾਣਗੇ, ਓਕੇ। ਕੁਐਸਚਨ ਨੰਬਰ 62, ਪਹਿਲੇ ਟਰਾਂਸਜੈਂਡਰ ਜਿਨ੍ਹਾਂ ਨੇ ਕਿ 올림픽ਸ ਦੇ ਵਿੱਚ ਪਾਰਟਿਸਿਪੇਟ ਕੀਤਾ, ਮੋਸਟ ਇੰਪੋਰਟੈਂਟ ਕੁਐਸਚਨ, ਇਹਨਾਂ ਦਾ ਨਾਮ ਹੈ ਲੋਰੀਅਲ ਹਬਰਡ, ਓਕੇ। ਔਰ ਇਹ ਕਿਹੜੀ ਗੇਮ ਤੋਂ ਬਿਲੋਂਗ ਕਰਦੇ ਹੈ? ਇਹ ਵੇਟ ਲਿਫਟਰ ਹੈਗੇ ਨੇ, ਰਾਈਟ। ਔਰ ਕਿੱਥੋਂ ਬਿਲੋਂਗ ਕਰਦੇ ਆ? ਨਿਊਜ਼ੀਲੈਂਡ ਦੇ ਰਹਿਣ ਵਾਲੇ ਨੇ, ਓਕੇ। 63rd ਕੁਐਸਚਨ, ਥਰਡ ਇੰਡੀਅਨ origin ਵਿਮਨ ਦੱਸੋ ਜਿਹੜੇ ਕਿ ਸਪੇਸ ਦੇ ਵਿੱਚ ਗਏ ਨੇ, ਓਕੇ। ਇਹਨਾਂ ਦਾ ਨਾਮ ਹੋ ਜਾਏਗਾ ਸਿਰੀਸ਼ਾ ਬਾਂਡਲਾ, ਓਕੇ। ਔਰ ਦੇਖੋ ਹਾਲ ਹੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਹਿਲੇ ਬਿਲੀਨੀਅਰ ਜਿਹੜੇ ਕਿ ਸਪੇਸ ਦੇ ਵਿੱਚ ਗਏ ਸੀ ਐਡਵੈਂਚਰ ਕਰਨ ਦੇ ਲਈ, ਨਾਮ ਕੀ ਸੀ? ਰਿਚਰਡ ਬ੍ਰੈਂਸਨ, ਓਕੇ। ਔਰ ਇਹਨਾਂ ਦਾ ਜਿਹੜਾ ਫਲਾਈਟ ਸੀ ਨਾ ਉਸ ਦਾ ਨਾਮ ਸੀਗਾ ਵਰਜਿਨ ਗੈਲੈਕਟਿਕ ਫਲਾਈਟ, ਓਕੇ। ਇਹਦੇ ਵਿੱਚ 6 ਪਰਸਨ ਦਾ ਇੱਕ ਕ੍ਰਿਊ ਗਿਆ ਸੀ ਔਰ ਇਹਨਾਂ 6 ਕ੍ਰਿਊ ਮੈਂਬਰਸ ਦੇ ਵਿੱਚੋਂ ਇੱਕ ਸੀਗੇ ਸਿਰੀਸ਼ਾ ਬਾਂਡਲਾ, ਓਕੇ। ਔਰ ਫਿਰ ਪਹਿਲੇ ਦੋ ਕਿਹੜੇ ਆ ਜਿਹੜੇ ਇੰਡੀਅਨ ਵਿਮਨ ਹੈ ਜਿਹੜੇ ਗਏ ਸੀਗੇ ਸਪੇਸ ਦੇ ਵਿੱਚ? ਪਹਿਲੇ ਦਾ ਨਾਮ ਕਲਪਨਾ ਚਾਵਲਾ ਐਂਡ ਦੂਸਰੇ ਹੋ ਜਾਣਗੇ ਸੁਨੀਤਾ ਵਿਲੀਅਮ, ਓਕੇ। 64th ਕੁਐਸਚਨ, ਪਹਿਲੇ ਇੰਡੀਅਨ ਵਿਮਨ ਕ੍ਰਿਕਟਰ ਦੱਸਣੇ ਹੈ ਜਿਨ੍ਹਾਂ ਨੂੰ ਕਿ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦਾ ਨਾਮ ਹੈ ਮਿਥਾਲੀ ਰਾਜ ਔਰ ਇਹ ਇੰਡੀਅਨ ਵਿਮਨ ਟੀਮ ਦੇ ਕੈਪਟਨ ਵੀ ਹੈਗੇ ਆ ਔਰ ਇਹ ਪਹਿਲੇ ਇੰਡੀਅਨ ਵਿਮਨ ਕ੍ਰਿਕਟਰ ਵੀ ਰਹੇ ਜਿਨ੍ਹਾਂ ਨੇ ਕਿ 10,000 ਰਨ ਨੂੰ ਸਕੋਰ ਕੀਤਾ, ਓਕੇ। 65th ਕੁਐਸਚਨ, ਪਹਿਲੇ ਫੀਮੇਲ ਫਾਈਟਰ ਪਾਇਲਟ ਦੱਸਣੇ ਹੈ ਜੋ ਕਿ J&K ਦੇ ਫਸਟ ਨੇ, ਠੀਕ ਹੈ। ਫਸਟ ਇੰਡੀਅਨ ਨਹੀਂ ਹੈ, J&K ਦੇ ਹੈ, ਆਲਰਾਈਟ। ਤਾਂ ਇਹਨਾਂ ਦਾ ਨਾਮ ਹੈਗਾ ਆ ਮਾਵਿਆ ਸੁਜਾਨ, ਓਕੇ। ਔਰ ਅਗਰ ਤੁਸੀਂ ਓਵਰਆਲ ਦੇਖੋਗੇ ਤਾਂ ਇਹ 12th ਨੰਬਰ ਦੇ ਵਿਮਨ ਫਾਈਟਰ ਪਾਇਲਟ ਬਣੇ ਨੇ, ਆਲਰਾਈਟ। 66th ਕੁਐਸਚਨ, ਕਿਹਨਾਂ ਨੂੰ ਨੈਸ਼ਨਲ ਫਲੋਰੈਂਸ ਨਾਈਟਿੰਗੇਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਰਹੇਗਾ ਬ੍ਰਿਗੇਡੀਅਰ SV ਸਰਸਵਤੀ, ਓਕੇ। ਇਹ ਹੈਗੇ ਕੌਣ ਹੈ? ਇਹ ਮਿਲਟਰੀ ਨਰਸਿੰਗ ਸਰਵਿਸ ਦੇ ਵਿੱਚ ਐਜ਼ ਡਿਪਟੀ ਡਾਇਰੈਕਟਰ ਜਨਰਲ ਕੰਮ ਕਰਦੇ ਪਏ ਆ ਔਰ ਇਹਨਾਂ ਨੇ ਮਿਲਟਰੀ ਨਰਸਿੰਗ ਸਰਵਿਸ ਦੇ ਵਿੱਚ ਨਰਸ ਐਡਮਿਨਿਸਟ੍ਰੇਟਰ ਦੇ ਤੌਰ ਦੇ ਉੱਪਰ ਬਹੁਤ ਹੀ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਕੰਟਰੀਬਿਊਟ ਕੀਤਾ ਜਿਸ ਦੇ ਲਈ ਇਹਨਾਂ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। 67th ਕੁਐਸਚਨ, ਕਿਹਨਾਂ ਨੂੰ ਸੈਂਟਰਲ ਯੂਰੋਪੀਅਨ ਯੂਨੀਵਰਸਿਟੀ ਓਪਨ ਸੁਸਾਇਟੀ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਹੈਗਾ ਆ KK ਸ਼ੈਲਜਾ, ਠੀਕ ਹੈ। ਔਰ ਇਹ ਕੇਰਲਾ ਦੇ ਫੋਰਮਰ ਹੈਲਥ ਮਿਨਿਸਟਰ ਹੈਗੇ ਨੇ, ਓਕੇ। ਔਰ ਇਹਨਾਂ ਨੂੰ ਕਿਉਂ ਆਨਰ ਕੀਤਾ ਗਿਆ? ਬਿਕਾਜ਼ ਇਹਨਾਂ ਨੇ ਪਬਲਿਕ ਹੈਲਥ ਵਰਕ ਦੇ ਵਿੱਚ ਕਮਿਊਨਿਟੀ ਦੀ ਸਰਵਿਸ ਬਹੁਤ ਅੱਛੀ ਕੀਤੀ ਹੈ। ਇਸ ਦੇ ਨਾਲ ਕੋਵਿਡ ਦੇ ਦੌਰਾਨ ਯਾਨੀ ਪੈਂਡੇਮਿਕ ਦੇ ਵਿੱਚ ਇਹਨਾਂ ਨੇ ਹਜ਼ਾਰਾਂ ਹੀ ਲਾਈਵਸ ਨੂੰ ਸੇਵ ਕਰਨ ਦੇ ਲਈ ਲੀਡ ਕੀਤਾ ਸੀ, ਓਕੇ। 68th ਕੁਐਸਚਨ, ਇੱਕ ਪੋਇਟਰੀ ਦੀ ਕਲੈਕਸ਼ਨ ਹੈ, ਨਾਮ ਹੈ ਵੈਨ ਗੋਡ ਇਜ਼ ਅ ਟ੍ਰੈਸਲਰ, ਠੀਕ ਹੈ। ਤਾਂ ਇਸ ਨੂੰ ਕਿਹਨਾਂ ਨੇ ਲਿਖਿਆ? ਇਹਨਾਂ ਦਾ ਨਾਮ ਯਾਦ ਰੱਖਣਾ ਹੈ ਅਰੁੰਧਤੀ ਸੁਬਰਮਨੀਅਮ, ਆਲਰਾਈਟ। ਐਂਡ ਇਹ ਵਾਲੀ ਬੁੱਕ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਸੇ ਬੁੱਕ ਨੂੰ ਸਾਹਿਤਿਆ ਅਕੈਡਮੀ ਅਵਾਰਡ 2020 ਮਿਲਿਆ ਸੀਗਾ ਔਰ ਇਹ ਬੁੱਕ ਕਿਹੜੀ ਲੈਂਗੁਏਜ ਦੇ ਵਿੱਚ ਹੈ? ਇੰਗਲਿਸ਼ ਦੇ ਵਿੱਚ ਹੈ, ਓਕੇ। ਕੁਐਸਚਨ ਨੰਬਰ 69th, ਕਿਹੜੇ ਇੰਡੀਅਨ origin ਜਰਨਲਿਸਟ ਹੈ ਜਿਨ੍ਹਾਂ ਨੂੰ ਕਿ ਇੰਟਰਨੈਸ਼ਨਲ ਰਿਪੋਰਟਿੰਗ ਕੈਟਾਗਰੀ ਦੇ ਵਿੱਚ ਪੁਲਿਟਜ਼ਰ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਹੈਗਾ ਆ ਮੇਘਾ ਰਾਜ ਗੋਪਾਲਨ, ਆਲਰਾਈਟ। ਔਰ ਇਹ ਇਹਨਾਂ ਦੇ ਨਾਲ ਨਾ ਦੋ ਹੋਰ ਜਰਨਲਿਸਟ ਹੈ ਜਿਨ੍ਹਾਂ ਨੇ ਚਾਈਨਾ ਦੇ ਵਿੱਚ ਇੱਕ ਜਗ੍ਹਾ ਹੈ, ਵੈਸੇ ਮੈਂ ਜਦੋਂ ਤੁਹਾਨੂੰ ਡੇਲੀ ਦੇ ਕਰੰਟ ਅਫੇਅਰਸ ਕਰਵਾਏ ਆ ਅਸੀਂ ਉਸ 'ਚ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਕਵਰ ਕੀਤਾ ਸੀਗਾ, ਰਾਈਟ। ਚਾਈਨਾ ਦੇ ਵਿੱਚ ਨਾ ਇੱਕ ਮੁਸਲਿਮ ਦੀ ਕੈਟਾਗਰੀ ਹੈ, ਇਹਨੂੰ ਬੋਲਿਆ ਜਾਂਦਾ ਯੂਗਰ, ਓਕੇ। ਔਰ ਇਹਨਾਂ ਨੂੰ ਡਿਟੈਂਸ਼ਨ ਕੈਂਪ ਦੇ ਵਿੱਚ ਰੱਖਿਆ ਜਾਂਦਾ ਆ। ਇਹ ਜਗ੍ਹਾ ਹੈਗੀ ਹੈ ਜ਼ਿਨਜੀਆਂਗ ਨਾਮ ਦੀ, ਰਾਈਟ।
ਔਰ ਵੈਸੇ ਚਾਈਨਾ ਨੇ ਕਦੀ ਵੀ ਓਪਨਲੀ ਨਹੀਂ ਬੋਲਿਆ ਕਿ ਅਸੀਂ ਅਤੇ ਇਹਨਾਂ ਨੂੰ ਇੱਥੇ ਲਾਈਕ ਇੱਕ ਤਰ੍ਹਾਂ ਕੈਦ ਕਰਕੇ ਰੱਖਦੇ ਹਾਂ, ਓਕੇ। ਤਾਂ ਫਿਰ ਵੀ ਇਹਨਾਂ ਨੇ ਦੇਖੋ, ਚਾਈਨਾ ਦਾ ਤੁਹਾਨੂੰ ਪਤਾ ਹੈ ਕਿ ਜਿਹੜਾ ਵੀ ਪਰਸਨ ਇਹ ਵਾਲੀ ਜਗ੍ਹਾ ਤੇ ਪਹੁੰਚਿਆ ਹੋਏਗਾ ਉਹਦਾ ਵਾਪਸ ਜ਼ਿੰਦਾ ਆਣਾ ਵੀ ਸ਼ਾਇਦ ਬਹੁਤ ਜ਼ਿਆਦਾ ਮੁਸ਼ਕਿਲ ਹੋਏਗਾ, ਹੈ ਨਾ। ਫਿਰ ਵੀ ਇਹਨਾਂ ਨੇ 2 ਜਰਨਲਿਸਟ ਦੇ ਨਾਲ ਮਿਲ ਕੇ ਚਾਈਨਾ ਦੇ ਐਸ ਜਗ੍ਹਾ ਨੂੰ, ਐਸ ਡਿਟੈਂਸ਼ਨ ਕੈਂਪ ਨੂੰ ਸੀਕ੍ਰੇਟਲੀ ਕੀ ਕੀਤਾ ਸੀ, ਐਕਸਪੋਜ਼ ਕੀਤਾ ਸੀ, ਓਕੇ। 70th ਕੁਐਸਚਨ, ਕਿਹਨਾਂ ਨੂੰ ਛੱਤੀਸਗੜ੍ਹ ਦੇ ਵੀਰਨੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ? ਇਹਨਾਂ ਦਾ ਨਾਮ ਹੈਗਾ ਦੁਤੀ ਚੰਦ। ਡੈਫੀਨੇਟਲੀ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੀ ਹੋਏਗਾ। ਇਹ ਕੌਣ ਨੇ? ਦੌੜਾਕ ਨੇ, ਯਾਨੀ ਕਿ ਸਪ੍ਰਿੰਟਰ ਹੈਗੇ ਆ। ਔਰ ਇਹ ਵਾਲਾ ਅਵਾਰਡ ਪਹਿਲੀ ਵਾਰੀ ਦਿੱਤਾ ਗਿਆ, ਇਸ ਲਈ ਇਹ ਇੰਪੋਰਟੈਂਟ ਰਹੂਗਾ। ਇਹ ਅਵਾਰਡ ਦਿੱਤਾ ਜਾਇਆ ਕਰੇਗਾ ਇੰਡੀਅਨ ਫੀਮੇਲਸ ਨੂੰ ਜਿਨ੍ਹਾਂ ਨੇ ਡਿਫਰੈਂਟ ਫੀਲਡਸ ਲਾਈਕ ਲਿਟਰੇਚਰ, ਐਜੂਕੇਸ਼ਨ, ਬਿਜ਼ਨਸ, ਸੋਸ਼ਲ ਵਰਕ ਵਗੈਰਾ ਦੇ ਵਿੱਚ ਅੱਛਾ ਕੰਟਰੀਬਿਊਟ ਕੀਤਾ ਹੋਏਗਾ, ਠੀਕ ਹੈ। ਤੇ ਪਹਿਲੀ ਵਾਰੀ ਇਹ ਵਾਲਾ ਅਵਾਰਡ ਫਿਰ ਦੁਤੀ ਚੰਦ ਨੂੰ ਮਿਲਿਆ, ਓਕੇ। ਯੈਸ, ਤਾਂ ਇੱਥੇ ਫਿਰ ਅਸੀਂ ਟੌਪ 70 ਵਿਮਨ ਇਨ ਨਿਊਜ਼ ਕੀਤੀਆਂ ਜੋ ਕਿ 2021 ਦੇ ਵਿੱਚ ਰਹੀਆਂ ਆ ਖਬਰਾਂ ਦੇ ਵਿੱਚ। ਇਹ ਸੈਸ਼ਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਅਗਰ ਤੁਹਾਨੂੰ ਅੱਛਾ ਲੱਗਿਆ ਹੈ ਤਾਂ ਪਲੀਜ਼ ਇਹਨੂੰ ਮੈਕਸਿਮਮ ਸ਼ੇਅਰ ਕਰਨਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟਸ ਤੱਕ ਇਹ ਵਾਲਾ ਸੈਸ਼ਨ ਪਹੁੰਚ ਸਕੇ, ਠੀਕ ਹੈ। ਵਿਦ these words, thank you so much. Happy New Year again. Thank you. Have a nice time. Bye bye.